सिख सतगुरु के प्यारे हो, गावो सच्ची बाणी। बाणी तां गावो गुरु केरी, बाणिया सिर बाणी। जिनका नदर कर्म होवै, हिरदै तिना समाणी। पीवो अमृत सदा रहो हर रंग, जपिहो सारंग पाणी। कह नानक सदा गावो, एह सच्ची बाणी। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। सेवक सिख पूजन सब आवै, सब गावह हर हर ऊतम बानी। गावया सुनया तिनका हर थाए पावै, जिन सतगुर की आज्ञा सत सत कर मानी। जुगो जुग अटल चवर छत्र तखत दे मालिक धन सतगुरु श्री गुरु ग्रंथ साहिब सच्चे पातशाह जी की पावन पवित्र हजूरी अंदर जुड़ बैठी गुरु प्यारी साध संगत जीओ। अकाल पुरख जी ने अपार बख्शिश रहमत की है, जो कि आप सब धन सतगुरु श्री गुरु ग्रंथ साहिब सच्चे पातशाह जी की पावन पवित्र हजूरी अंदर बैठकर गुरु घर दे कीर्तनी जथे पासों सतगुरां जी की पावन इलाही बाणी दे गुर शब्द कीर्तन सरवण कर रहे सो। समा है पावन अस्थान ते चल रही धन गुरु ग्रंथ साहिब महाराज जी की पावन बाणी अते सतगुरां जी दे पावन संपादना संबंधी जो इतिहासक विचारां दी लड़ी जो कुछ समय तो चल रही है, अज ये अखीरला दीवान है, अखीरली जो धन सतगुरु गुरु ग्रंथ साहिब महाराज जी के पावन पहले प्रकाश गुरुपुरब के उपलक्ष अंदर आप संगतां दे सहयोग उपराले सदका जदों धन सतगुरु गुरु ग्रंथ साहिब महाराज जी का पावन संपूर्णता दिवस से पिछले महीने की 29 तरीक तो उदों तो आपने विचार प्रारंभ की है। अज अखीरला दिन है। विचारां की प्रारंभता तो पहला दशमेश पातशाह जी वल्लों बख्शिश की हुई फतेह की सांझ पाईए। कोई भी रसना वांझी ना रहे, सारे ही आखो जी वाहिगुरु जी का खालसा वाहिगुरु जी की फतेह। आपां पिछले दीवानां दे विच विचारिया ते समझिया है इस गल नूं।
ਆਪਾਂ ਹੁਣ ਭਲੀ ਭਾਂਤ ਜਾਣ ਗਏ ਹਾਂ ਕਿ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਨੂੰ ਜੋ ਸਮੇਂ-ਸਮੇਂ ਸਿਰ ਉਚਾਰਨ ਕੀਤੀ ਹੈ। ਜਦੋਂ ਵੀ ਸਤਿਗੁਰੂ ਜੀ ਨੂੰ ਪਾਵਨ ਬਾਣੀ ਦੀ ਆਮਦ ਹੁੰਦੀ ਹੈ, ਸਾਹਿਬ ਜੀ ਕਿਸੇ ਮੌਕੇ 'ਤੇ ਜਾਂ ਕਿਸੇ ਸਮੇਂ 'ਤੇ, ਕਿਉਂਕਿ ਇਸ ਪਾਵਨ ਬਾਣੀ ਦੇ ਬਾਰੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਿ ਇਹ ਸਤਿਗੁਰਾਂ ਜੀ ਦੇ ਆਪਣੇ ਮਨ ਮਰਜ਼ੀ ਦੇ ਬੋਲ ਬਚਨ ਨਹੀਂ, ਇਹ ਸਗੋਂ ਉਸ ਮਾਲਕ ਦੇ ਪ੍ਰਭੂ ਦੇ ਹੁਕਮ ਅੰਦਰ ਉਚਾਰਨ ਕੀਤੇ ਹੋਏ ਸਤ ਦੇ ਬਚਨ ਹਨ। ਸੋ ਜਿਨ੍ਹਾਂ ਵੀ ਮੌਕਿਆਂ 'ਤੇ ਸਮਿਆਂ 'ਤੇ ਸਤਿਗੁਰੂ ਜੀ ਨੂੰ ਪਾਵਨ ਬਾਣੀ ਦੀ ਆਮਦ ਹੁੰਦੀ ਹੈ, ਸਤਿਗੁਰੂ ਜੀ ਉਹਨਾਂ ਸ਼ਬਦਾਂ ਨੂੰ ਗਾਇਨ ਕਰਦੇ ਨੇ, ਕਿਉਂਕਿ ਸਤਿਗੁਰੂ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋ ਸਾਥੀ ਚਾਰੇ ਉਦਾਸੀਆਂ ਦੇ ਵਿੱਚ ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੁੰਦੇ ਹਨ, ਰਬਾਬ ਵਜਾਉਂਦੇ ਹਨ ਭਾਈ ਮਰਦਾਨਾ ਜੀ ਅਤੇ ਸਤਿਗੁਰੂ ਜੀ ਜਿਸ ਰਾਗ ਦੇ ਵਿੱਚ ਉਹ ਸ਼ਬਦ ਗਾਇਨ ਕਰਨਾ ਹੈ ਉਸ ਨੂੰ ਗਾਇਨ ਕਰਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਹੈ, ਸਤਿਗੁਰੂ ਜੀ ਵੱਲੋਂ ਉਚਾਰਨ ਕੀਤੀ ਹੋਈ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਵਿੱਚੋਂ 19 ਰਾਗਾਂ ਵਿੱਚ ਦਰਜ ਹੈ। ਉਸ ਪਾਵਨ ਬਾਣੀ ਨੂੰ ਆਪਣੇ ਕੋਲ ਜੋ ਉਹਨਾਂ ਦੇ ਇੱਕ ਪੋਥੀ ਹੈ, ਉਹ ਜੋ ਪੋਥੀ ਸਤਿਗੁਰਾਂ ਜੀ ਨੇ ਆਪ ਤਿਆਰ ਕੀਤੀ ਜਾਂ ਕਰਵਾਈ, ਜੋ ਪਹਿਲਾਂ ਬਿਲਕੁਲ ਹੀ ਖਾਲੀ, ਕਿਉਂਕਿ ਉਸ ਵਿੱਚ ਸ਼ਬਦ ਲਿਖਦੇ ਹਨ, ਤਾਂ ਉਸੇ ਹੀ ਪੋਥੀ ਦੇ ਵਿੱਚ ਜਿਨ੍ਹਾਂ ਥਾਵਾਂ 'ਤੇ ਜਾਂਦੇ ਹਨ, ਭਗਤ ਸਾਹਿਬਾਨਾਂ ਦੇ ਅੱਗੇ ਜਿਹੜੇ ਪੈਰੋਕਾਰ ਹੁੰਦੇ, ਉਹਨਾਂ ਦੀ ਵਿਚਾਰ ਨੂੰ ਫੋਲੋ ਕਰਨ ਵਾਲੇ, ਉਹਨਾਂ ਦੇ ਫੋਲੋਵਰ, ਉਹਨਾਂ ਪਾਸੋਂ ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਉਹਨਾਂ ਸ਼ਬਦਾਂ ਨੂੰ ਜੋ ਸੱਤ ਦੀ ਕਸਵੱਟੀ 'ਤੇ ਖਰੇ ਉਤਰਦੇ ਹਨ, ਉਹਨਾਂ ਸ਼ਬਦਾਂ ਨੂੰ ਉਸੇ ਪੋਥੀ ਦੇ ਵਿੱਚ ਦਰਜ ਕਰਦੇ ਜਾਂਦੇ ਹਨ, ਜਿਸ ਵਿੱਚ ਆਪਣੀ ਬਾਣੀ ਉਹਨਾਂ ਦਰਜ ਕੀਤੀ ਹੈ। ਉਸ ਪਾਵਨ ਪੋਥੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸੌਂਪਦੇ ਹਨ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਦੇ ਹਨ। ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ, ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਇਹ ਪਾਵਨ ਬਾਣੀ ਦੀ ਪੋਥੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਸਪੁਰਦ ਕਰਦੇ ਹਨ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਆਪਣੇ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਜੋ ਸ਼ਲੋਕ ਉਚਾਰਨ ਕਰਦੇ ਹਨ, ਉਸੇ ਹੀ ਪੋਥੀ ਵਿੱਚ ਦਰਜ ਕਰ ਲੈਂਦੇ ਹਨ। ਅਤੇ ਜਦੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਅੱਗੇ ਗੁਰਤਾ ਗੱਦੀ ਦੀ ਦਾਤ, ਇਹ ਬਖਸ਼ਿਸ਼ ਜਿਹੜੀ ਜ਼ਿੰਮੇਵਾਰੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪਦੇ ਹਨ, ਅਤੇ ਇਹ ਪਾਵਨ ਬਾਣੀ ਦੀ ਉਹ ਪੋਥੀ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰਦੇ ਹਨ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠਣ ਤੋਂ ਉਪਰੰਤ ਜੋ ਪਾਵਨ ਬਾਣੀ ਉਚਾਰਨ ਕਰਦੇ ਹਨ, ਉਹ 17 ਰਾਗਾਂ ਵਿੱਚ ਦਰਜ ਹੈ। 17 ਰਾਗਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ। ਉਹ ਪਾਵਨ ਬਾਣੀ ਵੀ ਉਸੇ ਪੋਥੀ ਵਿੱਚ ਦਰਜ ਕਰ ਲੈਂਦੇ ਹਨ। ਜਾਂ ਫਿਰ ਇੰਝ ਹੈ ਕਿ ਕਿਉਂਕਿ ਸਤਿਗੁਰੂ ਜੀ ਨੇ ਉਹ ਜੋ ਪੋਥੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭ ਹੋਈ ਸੀ, ਜਿਸ ਵਿੱਚ ਸਤਿਗੁਰਾਂ ਜੀ ਨੇ ਪਾਵਨ ਬਾਣੀ ਲਿਖੀ ਸੀ, ਉਹ ਜਿਉਂ-ਜਿਉਂ ਪਾਵਨ ਪੋਥੀ ਜਿਸ ਵਿੱਚ ਭਗਤਾਂ ਦੀ ਬਾਣੀ ਵੀ ਦਰਜ ਹੈ, ਅਗਲੇ ਗੁਰੂ ਸਾਹਿਬਾਨਾਂ ਤੱਕ ਪਹੁੰਚਦੀ ਹੈ, ਤਾਂ ਉਹ ਪਾਵਨ ਬਾਣੀ ਦਾ ਆਕਾਰ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ, ਕਿਉਂਕਿ ਉਸ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਵੀ ਦਰਜ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਜੋ 17 ਰਾਗਾਂ ਵਿੱਚ ਦਰਜ ਹੈ, ਉਹ ਵੀ ਉਸ ਪੋਥੀ ਦੇ ਵਿੱਚ ਦਰਜ ਕਰ ਲਈ ਗਈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠਦੇ ਨੇ, ਅਤੇ ਗੁਰੂ ਰਾਮਦਾਸ ਮਹਾਰਾਜ ਜੀ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦੇ ਹਨ, ਅਤੇ ਇਸ ਲਈ
ਇਹ ਵੀ ਸੰਭਵ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਪਾਵਨ ਪੋਥੀ ਜੋ ਬਣਾਈ ਸੀ, ਤਿਆਰ ਕਰਵਾਈ ਸੀ, ਉਸ ਵਿੱਚ ਇੱਕ ਅੰਦਾਜ਼ੇ ਦੇ ਨਾਲ ਉਹਨਾਂ ਨੇ ਜੋ ਖਾਲੀ ਪੱਤਰੇ ਜਿਹੜੇ ਹਨ ਉਹ ਰੱਖੇ ਵੀ ਇਹਦੇ ਵਿੱਚ ਬਾਣੀ ਜਿਹੜੀ ਹੈ ਉਹ ਦਰਜ ਕਰ ਲਈ ਜਾਵੇ। ਜਦੋਂ ਹੁਣ ਉਹ ਪੋਥੀ ਜਿਹੜੀ ਹੈ ਉਹਦੇ ਵਿੱਚ ਜਿਹੜੇ ਵਰਕੇ ਸਨ ਹੁਣ ਭਰ ਚੁੱਕੀ ਹੈ, ਤਾਂ ਇਹ ਵੀ ਸੰਭਵ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਹੋਰ ਪੋਥੀ ਤਿਆਰ ਕਰਵਾ ਕੇ ਉਸ ਵਿੱਚ ਆਪਣੀ ਬਾਣੀ ਦਰਜ ਕੀਤੀ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਨੇ ਉਸ ਪੋਥੀ ਦਾ ਆਕਾਰ ਉਤਨਾ ਕੁ ਹੀ ਰੱਖਿਆ ਕਿ ਜਿੰਨਾ ਉਹ ਸਫ਼ਰ ਦੇ ਵਿੱਚ ਵੀ ਉਸ ਨੂੰ ਆਪਣੇ ਕੋਲ ਬੜੇ ਸੌਖੇ ਤਰੀਕੇ ਨਾਲ ਆਪਣੇ ਕੋਲ ਰੱਖ ਸਕਦੇ ਹਨ। ਕਿਉਂਕਿ ਸਭ ਤੋਂ ਵੱਧ ਪ੍ਰਚਾਰ ਜਿਹੜਾ ਹੈ ਦੂਰ ਦੂਰ ਥਾਵਾਂ 'ਤੇ ਜਾ ਕੇ ਸਭ ਤੋਂ ਵੱਧ ਪੈਦਲ ਪ੍ਰਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ। ਇਸ ਲਈ ਇਹ ਪੋਥੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਪਹੁੰਚਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਵੀ ਆਪਣੀ ਪਾਵਨ ਬਾਣੀ ਦਰਜ ਕਰਦੇ ਹਨ, ਅਤੇ ਇਹ ਪਾਵਨ ਪੋਥੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਪਹੁੰਚਦੀ ਹੈ ਤਾਂ ਇਹਦਾ ਆਕਾਰ ਜਿਹੜਾ ਹੈ ਬਹੁਤ ਹੋਰ ਵੀ ਵੱਧ ਗਿਆ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਵੀ ਦਰਜ ਹੋ ਗਈ ਹੈ। ਸੋ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਕਿਉਂਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਜੋ ਬਾਣੀ ਉਚਾਰਨ ਕਰਦੇ ਹਨ ਉਹ ਵੀ 30 ਰਾਗਾਂ ਵਿੱਚ ਦਰਜ ਹੈ, ਪਰ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਹੈ। ਇਸ ਲਈ ਇਹ ਵੀ ਗੱਲ ਦਾ ਧਿਆਨ ਰੱਖਣਾ ਹੈ ਕਿ ਕੇਵਲ ਇੱਕੋ ਹੀ ਪੋਥੀ ਨਹੀਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਚੱਲੀ ਹੈ ਅਤੇ ਉਹ ਅੱਗੇ ਪਹੁੰਚ ਕੇ ਗੁਰੂ ਪੰਚਮ ਪਾਤਸ਼ਾਹ ਜੀ ਤੱਕ ਪਹੁੰਚੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਕੁਝ ਕੁ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਪਾਵਨ ਬਾਣੀ ਪੋਥੀ ਦੇ ਵਿੱਚ ਸ਼ਬਦਾਂ ਨੂੰ ਲਿਖਦੇ ਹਨ, ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ ਅਤੇ ਹੋਰ ਵੀ ਅਨੇਕਾਂ ਬਾਣੀਆਂ ਹਨ, ਉਹ ਪਾਵਨ ਬਾਣੀ ਉਸ ਪੋਥੀ ਵਿੱਚ ਵੀ ਦਰਜ ਕਰਦੇ ਨੇ ਅਤੇ ਉਹਦੇ ਉਤਾਰੇ ਵੀ ਕਰਵਾਉਂਦੇ ਹਨ। ਇਹ ਜ਼ਰੂਰ ਅਸੀਂ ਸਮਝ ਲਈਏ, ਕਿਉਂਕਿ ਸਤਿਗੁਰੂ ਜੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਅਤੇ ਆਪਾਂ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਕੋਈ ਵੀ ਧਰਮ ਹੈ ਚਾਹੇ ਦੁਨੀਆ ਦਾ, ਉਸ ਦੀ ਵਿਚਾਰਧਾਰਾ ਚਾਹੇ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਪਰ ਜਦੋਂ ਤੱਕ ਉਹਦਾ ਕਿਸੇ ਨਾ ਕਿਸੇ ਜ਼ਰੀਏ ਦੇ ਨਾਲ ਕਿਸੇ ਤਰੀਕੇ ਨਾਲ ਪ੍ਰਚਾਰ ਨਹੀਂ ਹੁੰਦਾ ਤਾਂ ਉਹ ਵਿਚਾਰਧਾਰਾ, ਉਹ ਫਿਲੋਸਫੀ ਸੰਸਾਰ ਦੇ ਸਭ ਲੋਕਾਂ ਤੱਕ ਪਹੁੰਚ ਨਹੀਂ ਸਕਦੀ। ਇਸ ਲਈ ਕੋਈ ਵੀ ਧਰਮ ਹੈ ਉਸ ਅੰਦਰ ਇੱਕ ਲੋਬੀ ਤਿਆਰ ਕੀਤੀ ਜਾਂਦੀ ਹੈ, ਕੁਝ ਲੋਕ ਜਿਹੜੇ ਉਹ ਧਰਮ ਨੂੰ ਅੱਗੇ ਪ੍ਰਚਾਰਦੇ ਨੇ, ਅੱਗੇ ਉਸ ਧਰਮ ਦੀਆਂ ਸਿੱਖਿਆਵਾਂ ਨੂੰ ਦੂਜੇ ਧਰਮ ਦੇ ਲੋਕਾਂ ਤੱਕ ਪਹੁੰਚਾਉਂਦੇ ਨੇ, ਦੱਸਦੇ ਨੇ ਵੀ ਸਾਡੇ ਧਰਮ ਦੀ ਵਿਚਾਰਧਾਰਾ ਕੀ ਹੈ। ਇਸ ਲਈ ਸਤਿਗੁਰੂ ਜੀ ਜਿੰਨਾ ਵੀ ਦੂਰ ਨੇੜੇ ਥਾਵਾਂ 'ਤੇ ਜਾਂਦੇ ਹਨ, ਇੱਕ ਵਾਰ ਤਾਂ ਉਹਨਾਂ ਨੂੰ ਸੱਚ ਨਾਲ ਜੋੜਦੇ ਨੇ, ਚੰਗੀ ਸਿੱਖਿਆ ਦਿੰਦੇ ਨੇ, ਪਰ ਬਾਅਦ ਵਿੱਚ ਵੀ ਤਾਂ ਉਹਨਾਂ ਨੂੰ ਕੋਈ ਵਿਚਾਰ ਚਾਹੀਦੀ ਹੈ ਜਿਹਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਨਾਲ ਉਹ ਜੁੜੇ ਰਹਿ ਸਕਣ। ਜੇ ਸੱਜਣ ਠੱਗ ਇੱਕ ਸ਼ਬਦ ਦੇ ਰਾਹੀਂ ਉਹਦਾ ਹਿਰਦਾ ਵਿੰਨ੍ਹਿਆ ਗਿਆ, ਉਹ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ, ਅਤੇ ਫਿਰ ਭਾਈ ਸੱਜਣ ਜਿਹਨੇ ਆਪਣੇ ਜੀਵਨ ਅੰਦਰ ਫਿਰ ਅੱਗੇ ਸਤਿਗੁਰਾਂ ਦੀ ਸਿੱਖਿਆ ਆਪਣੇ ਜੀਵਨ ਵਿੱਚ ਵੀ ਧਾਰਨ ਕੀਤੀ ਅਤੇ ਲੋਕਾਂ ਵਿੱਚ ਵੀ ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕੀਤਾ, ਤਾਂ ਉਹ ਪ੍ਰਚਾਰ ਕਿਸ ਬੇਸ 'ਤੇ ਕੀਤਾ? ਉਹ ਗੁਰੂ ਸਾਹਿਬ ਜੀ ਦੇ ਸ਼ਬਦਾਂ, ਪਾਵਨ ਬਾਣੀ ਉਹ ਉਤਾਰੇ ਉਸ ਸਮੇਂ ਵੀ ਹੁੰਦੇ ਰਹੇ ਹਨ। ਪਾਵਨ ਬਾਣੀਆਂ ਦੇ ਉਹ ਹੁੰਦੇ ਸਨ। ਅੱਜ ਜਿਵੇਂ ਆਪਣੇ ਗੁਟਕਾ ਸਾਹਿਬ ਦੇ ਵਿੱਚ ਨਿਤਨੇਮ ਦੀਆਂ ਪਾਵਨ ਬਾਣੀਆਂ ਹੁੰਦੀਆਂ ਹਨ ਕਿ ਜੋ ਬਾਣੀਆਂ ਦਾ ਪਾਠ ਅਸੀਂ ਰੋਜ਼ਾਨਾ ਕਰਦੇ ਹਾਂ, ਇਸੇ ਤਰ੍ਹਾਂ ਹੀ ਉਸ ਸਮੇਂ ਵੀ ਗੁਟਕੇ ਤਿਆਰ ਕੀਤੇ ਗਏ ਪਾਵਨ ਬਾਣੀ ਦੇ ਸ਼ਬਦ ਜਿਹੜੇ ਹਨ ਉਹ ਦੂਰ ਥਾਵਾਂ 'ਤੇ ਜੋ ਸੰਗਤਾਂ ਨੇ ਉਹਨਾਂ ਤੱਕ ਪਹੁੰਚਾਇਆ ਗਿਆ, ਉਸ ਸਾਰੇ ਲਿਟਰੇਚਰ ਨੂੰ, ਉਸ ਮਟੀਰੀਅਲ ਨੂੰ, ਤਾਂ ਕਿ ਉਹਦੇ ਨਾਲ, ਉਸ ਜ਼ਰੀਏ ਦੇ ਨਾਲ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਨਾਲ ਜੁੜੇ ਰਹਿਣ।
ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ, ਆਪਾਂ ਗੱਲ ਕਰ ਰਹੇ ਸਾਂ ਪ੍ਰਚਾਰ ਦੀ, ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਸਮੇਂ ਦੇ ਵਿੱਚ ਇੱਕ ਫੈਸਲਾ ਕਰਦੇ, ਜਦੋਂ ਗੁਰਤਾ ਗੱਦੀ 'ਤੇ ਬੈਠਦੇ ਹਨ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ 22 ਮੰਜੀਆਂ ਦੀ ਸਥਾਪਨਾ ਕਰਦੇ ਹਨ। ਮੰਜੀ ਸ਼ਬਦ ਜਿਹੜਾ ਹੈ, ਮੰਜੀਦਾਰ ਦਾ ਅਰਥ ਹੁੰਦਾ ਹੈ ਜੋ ਇੱਕ ਪ੍ਰਚਾਰ ਕੇਂਦਰ ਜਿਹੜਾ ਹੈ ਕਿਸੇ ਇੱਕ ਥਾਂ 'ਤੇ ਬਣਾ ਦਿੱਤਾ। 22 ਮੰਜੀਆਂ ਭਾਵ 22 ਪ੍ਰਚਾਰ ਕੇਂਦਰ ਪੰਜਾਬ ਦੀ ਧਰਤੀ 'ਤੇ ਬਣਾਏ ਗਏ। ਕਾਹਦੇ ਲਈ? ਪ੍ਰਚਾਰ ਕਰਨ ਵਾਸਤੇ, ਗੁਰੂ ਦੀ ਬਾਣੀ ਦੀ ਸਿੱਖਿਆ ਘਰ ਘਰ ਤੱਕ ਪਹੁੰਚਾਉਣ ਵਾਸਤੇ। 22 ਮੰਜੀਆਂ ਅਤੇ ਅੱਗੇ 22 ਮੰਜੀਆਂ ਤੋਂ ਅੱਗੇ 52 ਪੀੜ੍ਹੇ ਜਿਹੜੇ ਹਨ ਉਹ ਵੀ ਬਣਾਏ ਗਏ। ਭਾਵ ਸੈਂਟਰ ਜਿਹੜੇ ਮੇਨ, ਉਹਨਾਂ ਤੋਂ ਬਾਅਦ ਅੱਗੇ ਜਿਹੜੇ ਪੀੜ੍ਹੇ ਹਨ, ਭਾਵ ਉਹ ਸਭ ਸੈਂਟਰ ਛੋਟੇ ਅੱਗੇ ਬਣਾ ਦਿੱਤੇ ਗਏ ਵੀ ਹੋਰ ਵੀ ਲੋਕਾਂ ਤੱਕ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਨੂੰ ਘਰ ਘਰ ਤੱਕ ਇਸ ਜ਼ਰੀਏ ਨਾਲ ਪਹੁੰਚਾਇਆ ਜਾਵੇ। ਸੋ ਅੱਜ ਆਪਾਂ ਜਿਵੇਂ ਗੁਰਦੁਆਰਾ ਸਾਹਿਬਾਨਾਂ ਦੇ ਨਾਮ, ਜਿਹੜੇ ਗੁਰਦੁਆਰਾ ਮੰਜੀ ਸਾਹਿਬ ਦੇ ਨਾਮ ਉੱਤੇ ਜੋ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ, ਇਹ ਉਸੇ ਸ਼ਬਦ ਤੋਂ ਬਣਿਆ ਹੈ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੰਜੀਆਂ ਦੀ ਸਥਾਪਨਾ ਕੀਤੀ। ਤੇ ਜੋ ਮੰਜੀ, ਜੋ ਪ੍ਰਚਾਰਕ ਹੁੰਦਾ ਸੀ, ਉਹ ਮੰਜੀਦਾਰ ਖਵਾਉਂਦਾ ਸੀ, ਜੋ ਗੁਰੂ ਦੀ ਸਿੱਖਿਆ ਨੂੰ ਦੂਰ ਦੂਰ ਜਾ ਕੇ, ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਤੱਕ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਪਹੁੰਚਾਉਂਦਾ ਸੀ। ਰੋਜ਼ਾਨਾ ਉਹਨਾਂ ਨੂੰ ਗੁਰੂ ਦੀ ਸਿੱਖਿਆ ਨਾਲ ਜੋੜਨ ਦਾ ਉਹ ਕੰਮ ਕਰਦੇ ਸਨ। ਸੋ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਦੇਖਦੇ ਹਨ ਕਿ ਇਸ ਪ੍ਰਚਾਰ ਨੂੰ ਹੋਰ ਵੀ ਥੋੜ੍ਹਾ ਤੇਜ਼ ਕੀਤਾ ਜਾਵੇ। ਅਤੇ ਜਿਨ੍ਹਾਂ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਸਨ, ਉਹਨਾਂ ਥਾਵਾਂ ਤੱਕ ਜੋ ਪ੍ਰਚਾਰਕ ਭੇਜੇ ਗਏ, ਉਹ ਥਾਪੇ ਗਏ, ਜੋ ਬਣਾਏ ਗਏ। ਮਸੰਦ ਪ੍ਰਥਾ ਨੂੰ ਆਰੰਭ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ। ਮਸੰਦ ਮਨਸਦ ਸ਼ਬਦ ਤੋਂ ਬਣਿਆ ਹੈ, ਭਾਵ ਜੋ ਕਿਸੇ ਉਪਦੇਸ਼, ਕਿਸੇ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਸੋ ਉਹ ਮਸੰਦ ਕੇਵਲ ਪੰਜਾਬ ਦੀ ਧਰਤੀ ਤੱਕ ਨਹੀਂ, ਸਗੋਂ ਭਾਰਤ ਦੇ ਉਹਨਾਂ ਹਿੱਸਿਆਂ ਤੱਕ ਵੀ ਪਹੁੰਚਦੇ ਹਨ ਜਿੱਥੇ ਸਤਿਗੁਰੂ ਜੀ ਆਪਣੀਆਂ ਉਦਾਸੀਆਂ ਦੇ ਪ੍ਰਚਾਰ ਫੇਰੀਆਂ ਦੇ ਸਮੇਂ 'ਤੇ ਜਾਂਦੇ ਹਨ। ਇਹ ਮਸੰਦਾਂ ਦਾ ਕੰਮ ਜਿੱਥੇ ਲੋਕਾਂ ਦੇ ਵਿੱਚ ਗੁਰੂ ਦੀ ਸਿੱਖਿਆ ਉਪਦੇਸ਼ ਦਾ ਪ੍ਰਚਾਰ ਕਰਨਾ ਹੁੰਦਾ ਸੀ, ਉੱਥੇ ਇਹ ਸੰਗਤਾਂ ਨੂੰ ਉਹਨਾਂ ਦੇ ਰਾਹੀਂ, ਜੋ ਸੰਗਤਾਂ ਦੂਰ ਥਾਵਾਂ 'ਤੇ ਸਨ ਅਤੇ ਜਿੱਥੇ ਸਤਿਗੁਰੂ ਸਾਹਿਬ ਜੀ ਜਿਸ ਸਮੇਂ ਜਿਸ ਥਾਂ 'ਤੇ ਵਿਚਰ ਰਹੇ ਸਨ, ਉੱਥੇ ਉਹ ਨਹੀਂ ਸਨ ਪਹੁੰਚ ਸਕਦੇ ਸਰੀਰਕ ਤੌਰ 'ਤੇ, ਉਹਨਾਂ ਵੱਲੋਂ ਕਾਰ ਭੇਟਾ, ਉਹਨਾਂ ਵੱਲੋਂ ਦਸਵੰਧ ਦੀ ਭੇਟਾ, ਮਸੰਦ ਲੈ ਕੇ ਗੁਰੂ ਘਰ ਵਿੱਚ ਆਉਣ ਦਾ ਕਾਰਜ ਜਿਹੜਾ ਹੈ ਇਹ ਉਹ ਕਰਦੇ ਹੁੰਦੇ ਸਨ। ਅਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਉਸ ਸਮਿਆਂ ਦੇ ਵਿੱਚ ਬਾਣੀ ਦੇ ਉਤਾਰੇ ਕਰਵਾ ਕੇ ਪੋਥੀਆਂ ਜਿਹੜੀਆਂ ਨੇ, ਪੋਥੀ, ਛੋਟੀ ਪੋਥੀ ਨੂੰ ਗੁਟਕਾ ਸਾਹਿਬ ਆਖਦੇ ਹਨ, ਇਸ ਰੂਪ ਦੇ ਵਿੱਚ ਲੋਕਾਂ ਤੱਕ ਪਾਵਨ ਬਾਣੀ ਨੂੰ ਪਹੁੰਚਾਉਣ ਦਾ ਕਾਰਜ ਕੀਤਾ ਗਿਆ। ਕਿਉਂਕਿ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਪੌੜੀ ਅੰਦਰ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਦੇ ਪ੍ਰਚਾਰ ਦੇ ਸਦਕਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ, ਕਿ ਘਰ ਘਰ ਅੰਦਰ ਧਰਮਸ਼ਾਲ ਬਣ ਗਈ ਹੈ, ਕਿ ਲੋਕਾਂ ਤੱਕ ਗੁਰੂ ਦੀ ਵਿਚਾਰ ਪਹੁੰਚ ਰਹੀ ਹੈ, ਅੱਪੜ ਰਹੀ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਇਹ ਪਾਵਨ ਬਾਣੀ ਜੋ ਸ਼ੁਰੂ ਦੇ ਵਿੱਚ ਪੋਥੀ ਦੇ ਰੂਪ ਦੇ ਵਿੱਚ ਚੱਲੀ ਸੀ, ਬਹੁਤ ਵੱਡੇ ਆਕਾਰ ਵਿੱਚ ਹੋ ਗਈ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਪਣੀ ਬਾਣੀ ਅਤੇ ਉਸ ਦੇ ਨਾਲ ਨਾਲ 11 ਭੱਟ ਸਾਹਿਬਾਨ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦੇ ਹਨ। ਅਤੇ 11 ਭੱਟ ਸਾਹਿਬਾਨ ਆਪਣੇ ਵੱਲੋਂ ਜੋ ਸਵਈਆਂ ਦੇ ਵਿੱਚ ਗੁਰੂ ਸਾਹਿਬਾਨ ਦੀ ਉਸਤਤੀ ਕਰਦੇ ਹਨ, ਉਹ ਸਾਰੇ ਸਵਈਏ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਰਜ ਕਰ ਲੈਂਦੇ ਹਨ ਆਪਣੇ ਪਾਸ।
ਅਤੇ ਇਸ ਤੋਂ ਇਲਾਵਾ 3 ਗੁਰਸਿੱਖਾਂ ਦੀ ਬਾਣੀ ਭਾਈ ਸੱਤਾ ਜੀ ਅਤੇ ਬਲਵੰਡ ਜੀ ਜੋ ਗੁਰੂ ਘਰ ਦੇ ਰਬਾਬੀ ਹਨ, ਕੀਰਤਨ ਕਰਦੇ ਹਨ ਗੁਰੂ ਦੇ ਦਰ 'ਤੇ, ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਅੰਦਰ ਜੋ ਵਾਰ ਹੈ ਉਸ ਨੂੰ ਵੀ ਦਰਜ ਕਰਦੇ ਹਨ। ਅਤੇ ਇਸ ਤੋਂ ਇਲਾਵਾ ਬਾਬਾ ਸੁੰਦਰ ਜੀ ਦੀ ਜੋ ਪਾਵਨ ਬਾਣੀ ਸਧ ਬਾਣੀ ਹੈ ਜੋ ਆਪਾਂ ਪੜ੍ਹਦੇ ਹਾਂ ਰਾਮਕਲੀ ਰਾਗ ਦੇ ਅੰਦਰ, ਉਹ ਵੀ ਦਰਜ ਕਰ ਲੈਂਦੇ ਹਨ। ਸੋ ਇਸ ਤਰੀਕੇ ਨਾਲ ਫਿਰ ਅਗਲਾ ਕਾਰਜ ਜਿਹੜਾ ਹੈ ਉਹ ਭਾਈ ਗੁਰਦਾਸ ਜੀ, ਕਿਉਂਕਿ ਉਸ ਵੇਲੇ ਸਭ ਤੋਂ ਸਿੱਖਾਂ ਦੇ ਵਿੱਚ ਬੜੇ ਉੱਘੇ ਜਿਹੜੇ ਹਨ ਵਿਦਵਾਨ ਸਨ, ਭਾਸ਼ਾਵਾਂ ਦੇ ਗਿਆਤਾ ਸਨ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਅੱਜ ਵੀ ਆਪਾਂ ਪੜ੍ਹਦੇ ਹਾਂ। ਉਹਨਾਂ ਦੇ ਦੁਆਰਾ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਵਾਰਾਂ ਜਿਹੜੀਆਂ ਹਨ ਅਤੇ ਬ੍ਰਜ ਭਾਸ਼ਾ ਦੇ ਵਿੱਚ ਲਿਖੇ ਹੋਏ ਕਵਿੱਤ ਅਤੇ ਸਵਈਏ ਜੋ ਅੱਜ ਵੀ ਆਪਾਂ ਬੜੇ ਸਤਿਕਾਰ ਦੇ ਨਾਲ ਉਹ ਰਚਨਾਵਾਂ ਪੜ੍ਹਦੇ ਹਾਂ। ਅਤੇ ਭਾਈ ਗੁਰਦਾਸ ਜੀ ਵਿਆਖਿਆਕਾਰ ਹੋਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ। ਅਤੇ ਅਜੋਕਾ ਜੋ ਰਾਜ ਉੱਤਰ ਪ੍ਰਦੇਸ਼ ਹੈ, ਇਸ ਦੇ ਕਈ ਇਲਾਕਿਆਂ ਦੇ ਵਿੱਚ ਭਾਈ ਗੁਰਦਾਸ ਜੀ ਉਸ ਸਮੇਂ ਪ੍ਰਚਾਰ ਕਰਦੇ ਰਹੇ ਹਨ ਗੁਰੂ ਦੀ ਸਿੱਖੀ ਦੀ, ਗੁਰੂ ਦੀ ਵਿਚਾਰਧਾਰਾ ਦਾ ਉਹਨਾਂ ਪ੍ਰਚਾਰ ਵੀ ਕੀਤਾ ਹੈ। ਭਾਈ ਗੁਰਦਾਸ ਜੀ ਨੂੰ ਬੁਲਾ ਕੇ ਅਤੇ ਫਿਰ ਸਤਿਗੁਰੂ ਜੀ ਜੋ ਪਾਵਨ ਬਾਣੀ ਗੁਰੂ ਸਾਹਿਬਾਨਾਂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਵੱਖਰੀ ਹੈ, ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਵੱਖਰੇ ਹਨ, ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਹੈ, ਕਿਉਂਕਿ ਸਤਿਗੁਰੂ ਜੀ ਨੇ ਤਾਂ ਆਪਣੀ ਸਾਰੀ ਬਾਣੀ ਇਕੱਠੀ ਲਿਖੀ ਹੈ ਨਾ, ਇਕੱਠੀ ਦਰਜ ਕੀਤੀ, ਇਸ ਕਰਕੇ ਉਹ ਵੱਖਰੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਪੋਥੀ ਵਿੱਚ ਵੱਖਰੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਬਦ ਉਹ ਵੱਖਰੇ ਹਨ। ਹੁਣ ਇਹ ਸਾਰੀ ਬਾਣੀ ਜੋ ਵੱਖੋ ਵੱਖਰੀ ਹੈ, ਭਗਤ ਸਾਹਿਬਾਨਾਂ ਦੇ ਸ਼ਬਦ ਜਿਹੜੇ ਹਨ ਉਹ ਵੀ ਇੱਕ ਇੱਕ ਭਗਤ ਸਾਹਿਬਾਨ ਦੇ ਸ਼ਬਦ ਉਹ ਵੀ ਵੱਖੋ ਵੱਖਰੇ ਹਨ ਸਭ ਦੇ। ਉਹਨਾਂ ਸਾਰਿਆਂ ਹੀ ਸ਼ਬਦਾਂ ਨੂੰ, ਇਸ ਸਾਰੀ ਬਾਣੀ ਨੂੰ ਇੱਕ ਤਰਤੀਬ ਦੇ ਵਿੱਚ ਕਿ ਇੱਕ ਰਾਗ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸ਼ਬਦ ਵੀ ਹੋਣ, ਉਸ ਵਿੱਚ ਭਗਤਾਂ ਦੀ ਬਾਣੀ ਵੀ ਹੈ। ਜਿਵੇਂ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ, ਇਸ ਰਾਗ ਦੇ ਵਿੱਚ ਫਿਰ ਇੱਕ ਤਰਤੀਬ ਵੀ ਬਣਾਈ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ। ਉਹ ਇਹ ਤਰਤੀਬ ਬਣਾਈ ਲਿਖਣ ਦੀ ਕਿ ਸਭ ਤੋਂ ਪਹਿਲਾਂ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਲਿਖੀ ਜਾਵੇ, ਦਰਜ ਕੀਤੀ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ, ਕਿਉਂਕਿ ਆਪਾਂ ਜਾਣਦੇ ਹਾਂ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਬਦ ਕਿਸੇ ਰਾਗ ਵਿੱਚ ਉਚਾਰਨ ਨਹੀਂ ਕੀਤੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੇਵਲ ਸ਼ਲੋਕ ਹੀ ਉਚਾਰਨ ਕੀਤੇ, ਜੋ ਸ਼ਲੋਕ ਵਾਰਾਂ ਦੇ ਵਿੱਚ ਦਰਜ ਕਰ ਲਏ ਗਏ। ਇਸ ਤਰੀਕੇ ਨਾਲ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦਾਂ ਤੋਂ ਬਾਅਦ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਉਸ ਰਾਗ ਦੇ ਵਿੱਚ ਆਉਂਦੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦਾਂ ਤੋਂ ਬਾਅਦ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਬਦ ਦਰਜ ਹਨ। ਅਤੇ ਉਸ ਤੋਂ ਬਾਅਦ ਫਿਰ ਅਸ਼ਟਪਦੀਆਂ ਆਰੰਭ ਹੁੰਦੀਆਂ ਹਨ। ਅਤੇ ਅਸ਼ਟਪਦੀਆਂ ਦੇ ਵਿੱਚ ਵੀ ਇਹੀ ਨਿਯਮ ਕੰਮ ਕਰਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ, ਫਿਰ ਗੁਰੂ ਅਮਰਦਾਸ ਮਹਾਰਾਜ ਜੀ, ਫਿਰ ਗੁਰੂ ਰਾਮਦਾਸ ਮਹਾਰਾਜ ਜੀ, ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਅਸ਼ਟਪਦੀਆਂ। ਇੱਕ ਇਹ ਵੀ ਗੱਲ ਦਾ ਧਿਆਨ ਰੱਖਣਾ ਵੀ ਜਿਸ ਗੁਰੂ ਸਾਹਿਬਾਨ ਦੀ ਬਾਣੀ ਉਸ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਹੈ, ਉਹਨਾਂ ਦੀ ਹੀ ਉਸ ਲੜੀ ਵਿੱਚ ਬਾਣੀ ਆਵੇਗੀ। ਜਿਸ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਉਸ ਰਾਗ ਵਿੱਚ, ਉਹ ਅਸ਼ਟਪਦੀਆਂ ਵਿੱਚ ਨਹੀਂ ਹੈ, ਅਤੇ ਇਸ ਲਈ ਉਸ ਤੋਂ ਬਾਅਦ ਫਿਰ ਅਗਲੇ ਗੁਰੂ ਸਾਹਿਬਾਨ ਦੀ ਬਾਣੀ ਆਉਂਦੀ ਹੈ ਜਿਨ੍ਹਾਂ ਦੀ ਉਸ ਰਾਗ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੁੰਦੀ ਹੈ। ਇਸ ਤਰੀਕੇ ਨਾਲ ਅਸ਼ਟਪਦੀਆਂ ਤੋਂ ਬਾਅਦ ਫਿਰ ਅਗਲੀ ਤਰਤੀਬ ਦੇ ਵਿੱਚ ਫਿਰ ਛੰਦ ਜਿਹੜੇ ਹਨ ਉਹਨਾਂ ਦੀ ਵਾਰੀ ਆਉਂਦੀ ਹੈ, ਛੰਦਾਂ ਦੀ ਵਾਰੀ ਆਉਂਦੀ ਹੈ। ਉਸ ਤੋਂ ਬਾਅਦ ਫਿਰ ਵਾਰ ਜਿਹੜੀ ਹੈ ਉਹ ਦਰਜ ਕੀਤੀ ਹੋਈ ਹੈ। ਵਾਰ ਜਿਵੇਂ ਕਿ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪੜ੍ਹਦੇ ਹਾਂ, 22 ਵਾਰਾਂ ਹਨ ਕੁੱਲ, ਅਤੇ 22 ਵਾਰਾਂ ਵਿੱਚੋਂ 21 ਵਾਰਾਂ ਜਿਹੜੀਆਂ ਹਨ ਉਹ ਗੁਰੂ ਸਾਹਿਬਾਨਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਪਰ ਇੱਕ ਕੇਵਲ ਵਾਰ ਰਾਮਕਲੀ ਰਾਗ ਅੰਦਰ ਹੈ ਜੋ ਉਹ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ। ਸੋ ਛੰਦਾਂ ਤੋਂ ਬਾਅਦ ਫਿਰ ਵਾਰ ਆਉਂਦੀ ਹੈ ਰਾਗ ਦੇ ਵਿੱਚ, ਅਤੇ ਵਾਰ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ। ਭਗਤਾਂ ਦੀ ਬਾਣੀ ਦੇ ਵਿੱਚ ਵੀ ਪਹਿਲਾਂ ਬਾਣੀ ਜਿਹੜੀ ਹੈ ਉਹ ਭਗਤ
ਕਬੀਰ ਸਾਹਿਬ ਜੀ ਦੇ ਸ਼ਬਦ ਆਉਂਦੇ ਨੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਬਾਕੀ ਦੇ ਭਗਤਾਂ ਨਾਲੋਂ ਸਭ ਤੋਂ ਵੱਧ ਬਾਣੀ ਜਿਹੜੀ ਹੈ ਉਹ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਉਸ ਤੋਂ ਬਾਅਦ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਆਉਂਦੀ ਹੈ, ਭਗਤ ਰਵਿਦਾਸ ਜੀ ਦੀ, ਹੋਰ ਇਸ ਤੋਂ ਬਾਅਦ ਬਾਕੀ ਭਗਤ ਸਾਹਿਬਾਨਾਂ ਦੇ ਸ਼ਬਦ, ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਆਉਂਦੀ ਹੈ। ਸੋ ਇਸ ਤਰੀਕੇ ਨਾਲ ਭਗਤਾਂ ਦੀ ਬਾਣੀ ਜਦੋਂ ਸਮਾਪਤ ਹੁੰਦੀ ਹੈ ਫਿਰ ਅਗਲਾ ਰਾਗ ਸ਼ੁਰੂ ਹੋ ਜਾਂਦਾ ਹੈ। ਇਹ ਤਰਤੀਬ ਹੈ, ਇਸ ਤਰਤੀਬ ਦੇ ਵਿੱਚ ਬਾਣੀ ਲਿਖਵਾਏਗੀ ਅਤੇ ਜੋ ਪਹਿਲਾਂ ਕੇਵਲ ਜਿਹੜੇ ਸ਼ਲੋਕ ਸਨ ਉਹ ਗੁਰੂ ਸਾਹਿਬਾਨਾਂ ਦੇ ਸ਼ਲੋਕ ਵੱਖਰੇ ਸਨ ਅਤੇ ਵਾਰਾਂ ਦੇ ਵਿੱਚ ਕੇਵਲ ਪੌੜੀਆਂ ਸਨ। ਇਸ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਪਾਦਨਾ ਕਰਾਉਂਦੇ ਹੋਏ ਵਾਰਾਂ ਦੀਆਂ ਪੌੜੀਆਂ ਦੇ ਨਾਲ ਇੱਕ ਇੱਕ ਪੌੜੀ ਨਾਲ ਘੱਟੋ ਘੱਟ 2-2 ਸ਼ਲੋਕ ਜਿਹੜੇ ਹਨ ਉਹ ਦਰਜ ਕਰਵਾਏ। ਉਹ ਵੀ ਉਹ ਸ਼ਲੋਕ ਦਰਜ ਕੀਤੇ ਜਿਨ੍ਹਾਂ ਸ਼ਲੋਕਾਂ ਦਾ ਭਾਵ, ਅਰਥ, ਕਨਸੈਪਟ ਜਿਹੜਾ ਹੈ ਉਸ ਪੌੜੀ ਦੇ ਨਾਲ ਮੇਲ ਖਾਂਦਾ ਹੈ। ਉਸੇ ਪੌੜੀ ਨਾਲ ਉਹਨਾਂ ਸ਼ਲੋਕਾਂ ਨੂੰ ਦਰਜ ਕੀਤਾ ਗਿਆ ਅਤੇ ਜਿਹੜੇ ਸ਼ਲੋਕ ਵਾਰਾਂ ਦੀਆਂ ਪੌੜੀਆਂ ਵਿੱਚ ਦਰਜ ਹੋਣ ਤੋਂ ਰਹਿ ਕੇ ਬਚ ਗਏ ਜਾਂ ਵੱਧ ਗਏ, ਉਹਨਾਂ ਸ਼ਲੋਕਾਂ ਨੂੰ ਫਿਰ ਅਖੀਰ ਵਿੱਚ ਜਾ ਕੇ ਜਦੋਂ ਸਾਰੇ ਰਾਗਾਂ ਦੀ ਵਾਲੀ ਬਾਣੀ ਜਦੋਂ ਸਮਾਪਤ ਹੋ ਜਾਂਦੀ ਹੈ ਉਸ ਤੋਂ ਬਾਅਦ ਸ਼ਲੋਕ ਸੰਸਕ੍ਰਿਤੀ ਬਾਣੀ ਆਉਂਦੀ ਹੈ, ਫਿਰ ਗਾਥਾ ਆਉਂਦੀ ਹੈ, ਫਿਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕ ਆਉਂਦੇ ਹਨ, ਬਾਬਾ ਫਰੀਦ ਸਾਹਿਬ ਜੀ ਦੇ ਲੜੀਵਾਰ ਸ਼ਲੋਕ ਆਉਂਦੇ ਹਨ, ਉਸ ਤੋਂ ਬਾਅਦ ਭੱਟਾਂ ਦੇ ਸਵਈਏ ਆਉਂਦੇ ਹਨ ਅਤੇ ਉਸ ਤੋਂ ਬਾਅਦ ਆਉਂਦੀ ਹੈ ਪਾਵਨ ਬਾਣੀ ਸ਼ਲੋਕ ਵਾਰਾਂ ਤੇ ਵਧੀਕ, ਜਿਸ ਦੇ ਸਿਰਲੇਖ ਤੋਂ ਹੀ ਇਹ ਗੱਲ ਕਲੀਅਰ ਸਾਫ਼ ਹੋ ਰਹੀ ਹੈ। ਸ਼ਲੋਕ ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ ਸ਼ਲੋਕ ਜਿਹੜੇ ਹਨ ਉਹ ਫਿਰ ਸ਼ਲੋਕ ਗੁਰੂ ਸਾਹਿਬਾਨਾਂ ਦੇ ਇਸ ਤਰੀਕੇ ਨਾਲ ਦਰਜ ਕਰ ਲਏ ਗਏ। ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਲੋਕ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ, ਇਸ ਪ੍ਰਕਾਰ ਸ਼ਲੋਕ ਵਾਰਾਂ ਤੇ ਵਧੀਕ ਅੰਦਰੋਂ ਸ਼ਲੋਕ ਦਰਜ ਕਰ ਲਏ ਗਏ ਜੋ ਵਾਰਾਂ ਦੀਆਂ ਪੌੜੀਆਂ ਨਾਲ ਦਰਜ ਕਰਨ ਤੋਂ ਬਚ ਜਾਂਦੇ ਹਨ। ਇਸ ਤਰੀਕੇ ਦੇ ਨਾਲ ਇਹ ਤਰਤੀਬ ਜਿਹੜੀ ਹੈ, ਇਸ ਤਰਤੀਬ ਦੇ ਵਿੱਚ ਪਾਵਨ ਬਾਣੀ ਨੂੰ ਲਿਖਵਾਇਆ। ਇਹ ਕੰਮ ਬੜਾ ਜਿਹੜਾ ਹੈ ਇਹ ਮਿਹਨਤ ਵਾਲਾ ਅਤੇ ਬੜੇ ਧਿਆਨ ਵਾਲਾ ਕੰਮ ਸੀ। ਇਸ ਲਈ ਗੁਰੂ ਸਾਹਿਬ ਜੀ ਨੇ ਜੋ ਥਾਂ ਚੁਣੀ ਵੀ ਜਿਸ ਥਾਂ 'ਤੇ ਬੈਠ ਕੇ ਇਹ ਪਾਵਨ ਬਾਣੀ ਨੂੰ ਲਿਖਣ ਦਾ ਕਾਰਜ ਕੀਤਾ ਜਾਵੇ, ਉਹ ਥਾਂ ਜਿਹੜੀ ਜਿੱਥੇ ਅੱਜ ਗੁਰਦੁਆਰਾ ਰਾਮਸਰ ਸਾਹਿਬ ਅਤੇ ਉਸ ਸਮੇਂ ਰਾਮਸਰ ਸਰੋਵਰ ਦੀ ਥਾਂ ਸੀ, ਉਸ ਥਾਂ ਉੱਤੇ ਬੈਠ ਕੇ ਗੁਰੂ ਸਾਹਿਬ ਜੀ ਆਪ ਕੋਲ ਬੈਠਦੇ ਹਨ, ਭਾਈ ਗੁਰਦਾਸ ਜੀ ਬਾਣੀ ਲਿਖਦੇ ਹਨ। ਅਤੇ ਜਿਵੇਂ ਕਿ ਆਪਾਂ ਕੁਝ ਵਾਰਾਂ ਦੇ ਵਿੱਚ ਦੇਖਦੇ ਹਾਂ, ਜਿਵੇਂ ਕਿ ਆਸਾ ਦੀ ਵਾਰ ਜਦੋਂ ਆਰੰਭ ਹੁੰਦੀ ਹੈ ਅਤੇ ਸ਼ਬਦ ਆਉਂਦਾ ਹੈ ਸ਼ੁੱਧ। ਹੁਣ ਇਹ ਸ਼ਬਦ ਜਿਹੜਾ ਹੈ ਇਹ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਜਦੋਂ ਵਾਰ ਦੀ ਸਮਾਪਤੀ ਹੁੰਦੀ ਹੈ, ਇਹ ਸ਼ੁੱਧ ਸ਼ਬਦ ਅਸਾਂ ਨੇ ਨਹੀਂ ਪੜ੍ਹਨਾ ਹੁੰਦਾ, ਆਪਾਂ ਨਹੀਂ ਪੜ੍ਹਨਾ ਹੁੰਦਾ। ਇਹ ਜਿਹੜਾ ਸ਼ੁੱਧ ਸ਼ਬਦ ਹੈ ਇਹ ਅਸਲ ਵਿੱਚ ਉਸ ਸਮੇਂ ਜਦੋਂ ਭਾਈ ਗੁਰਦਾਸ ਜੀ, ਕਿਉਂਕਿ ਵਾਰਾਂ ਦੇ ਵਿੱਚ ਹੀ ਕੰਮ ਜਿਹੜਾ ਹੈ ਬੜੇ ਧਿਆਨ ਵਾਲਾ ਸੀ, ਕਿਉਂਕਿ ਪਹਿਲਾਂ ਵਾਰਾਂ ਵਿੱਚ ਕਲੀਆਂ ਪੌੜੀਆਂ ਸਨ ਅਤੇ ਉਹਨਾਂ ਨਾਲ ਜਦੋਂ ਸ਼ਲੋਕਾਂ ਨੂੰ ਦਰਜ ਕਰਨਾ, ਕਿਹੜਾ ਸ਼ਲੋਕ ਕਿਸ ਪੌੜੀ ਨਾਲ ਦਰਜ ਕਰਨਾ ਹੈ, ਇਹ ਕੰਮ ਕੇਵਲ ਸ਼ਬਦਾਂ ਨੂੰ ਲਿਖਣਾ ਉਸ ਕੰਮ ਨਾਲੋਂ ਥੋੜ੍ਹਾ ਔਖਾ ਸੀ, ਕਿਉਂਕਿ ਜਿਹੜੇ ਤੇ ਕੇਵਲ ਸ਼ਬਦ ਹਨ ਗੁਰੂ ਸਾਹਿਬ ਜੀ ਦੇ, ਇੱਕ ਸ਼ਬਦ ਤੋਂ ਬਾਅਦ ਅਗਲਾ ਸ਼ਬਦ, ਉਸ ਤੋਂ ਬਾਅਦ ਅਗਲਾ ਸ਼ਬਦ ਦਰਜ ਕਰ ਲਿਆ। ਪਰ ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕਾਂ ਨੂੰ ਦਰਜ ਕਰਨਾ, ਕਿਹੜਾ ਸ਼ਲੋਕ ਕਿਸ ਪੌੜੀ ਨਾਲ ਦਰਜ ਹੋਵੇਗਾ, ਪਹਿਲਾਂ ਕਿਹੜਾ ਸ਼ਲੋਕ ਲਿਖਿਆ ਜਾਵੇਗਾ, ਬਾਅਦ ਦੇ ਵਿੱਚ ਕਿਹੜਾ ਸ਼ਲੋਕ ਲਿਖਿਆ ਜਾਣਾ ਹੈ, ਇਹ ਕੰਮ ਬਹੁਤ ਹੀ ਜ਼ਿਆਦਾ ਧਿਆਨ ਵਾਲਾ ਸੀ। ਇਸ ਲਈ ਜਦੋਂ ਵਾਰ ਸੰਪੂਰਨ ਕਰਦੇ ਸਨ, ਵਾਰ ਲਿਖ ਲੈਂਦੇ ਸਨ ਪੌੜੀਆਂ ਅਤੇ ਸ਼ਲੋਕਾਂ ਦੇ ਨਾਲ, ਤਾਂ ਫਿਰ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਦਿਖਾਉਂਦੇ ਹਨ ਕਿ ਸਤਿਗੁਰੂ ਜੀ ਇਹ ਜੋ ਲਿਖਿਆ ਹੈ, ਜੋ ਕੀਤਾ ਗਿਆ ਕਾਰਜ ਹੈ ਕਿ ਇਹ ਸਹੀ ਹੈ। ਅਤੇ ਸਤਿਗੁਰੂ ਜੀ ਫਿਰ ਉੱਥੇ ਲਿਖ ਦਿੰਦੇ ਸਨ। ਅਸਲ ਵਿੱਚ ਇਹ ਸ਼ਬਦ ਸ਼ੁੱਧ ਜਾਂ ਕੁਝ ਵਾਰਾਂ ਵਿੱਚ ਆਉਂਦਾ ਸ਼ੁੱਧ ਕੀਚੈ, ਇਹ ਅਸਲ ਵਿੱਚ ਜੋ ਹਾਸ਼ੀਆ ਹੁੰਦਾ ਹੈ, ਜੋ ਬਾਰਡਰ ਬਣਿਆ ਹੁੰਦਾ ਹੈ ਨਾ ਅੰਗਾਂ ਦੇ ਵਿੱਚ,
ਜੋ ਬਣਿਆ ਹੁੰਦਾ ਬਾਰਡਰ, ਉਹਦੇ ਤੋਂ ਬਾਹਰ ਇਹ ਲਿਖੇ ਹੋਏ ਸ਼ਬਦ ਸਨ। ਪਰ ਬਾਅਦ ਵਿੱਚ ਜਦੋਂ ਛਾਪੇ ਦੀਆਂ ਬੀੜਾਂ ਆਈਆਂ ਤਾਂ ਉਸ ਤਰੀਕੇ ਨਾਲ ਉਸ ਸ਼ਬਦ ਨੂੰ ਬਾਹਰੋਂ ਚੁੱਕ ਕੇ ਫਿਰ ਨਾਲ ਦਰਜ ਕਰ ਦਿੱਤਾ ਗਿਆ। ਇਹਦਾ ਮਤਲਬ ਇਹੀ ਸੀ ਵੀ ਗੁਰੂ ਸਾਹਿਬ ਜੀ ਸ਼ੁੱਧ ਜਿੱਥੇ ਲਿਖਦੇ ਨੇ ਉੱਥੇ ਇਹ ਦੱਸ ਦਿੰਦੇ ਹਨ ਭਾਈ ਗੁਰਦਾਸ ਜੀ ਨੂੰ, ਹਾਂ ਵੀ ਤੁਸੀਂ ਜੋ ਲਿਖਿਆ ਹੈ, ਜੋ ਵਾਰਾਂ ਦੀਆਂ ਪੌੜੀਆਂ ਨਾਲ ਸਲੋਕਾਂ ਨੂੰ ਦਰਜ ਕੀਤਾ ਗਿਆ ਹੈ, ਇਹ ਤੁਹਾਡਾ ਕੰਮ ਸ਼ੁੱਧ ਹੈ, ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ, ਕੋਈ ਗਲਤੀ ਨਹੀਂ ਹੈ। ਤੇ ਜਿਨ੍ਹਾਂ ਵਾਰਾਂ ਦੀਆਂ ਪੌੜੀਆਂ ਵਿੱਚ ਸ਼ੁੱਧ ਕੀਚੇ ਉਸ ਸਮੇਂ ਲਿਖਿਆ ਸਤਿਗੁਰੂ ਜੀ ਨੇ, ਉਹਦਾ ਮਤਲਬ ਸੀ ਕੁਝ ਕਮੀ ਰਹਿ ਗਈ, ਇਸ ਨੂੰ ਤੁਸੀਂ ਸ਼ੁੱਧ ਕਰ ਲਓ, ਸੁਧਾਈ ਕਰ ਲਓ, ਦੁਬਾਰਾ ਧਿਆਨ ਨਾਲ ਇੱਕ ਵਾਰ ਵਾਚ ਲਓ, ਦੇਖ ਲਓ। ਇਸ ਤਰੀਕੇ ਨਾਲ ਇਹ ਜੋ ਕਾਰਜ ਹੈ ਉਸ ਵੇਲੇ ਜਦੋਂ ਪਾਵਨ ਬੀੜ ਦੀ ਸੰਪਾਦਨਾ ਲਿਖਣ ਦਾ ਕਾਰਜ ਆਰੰਭ ਹੋਇਆ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਜੋ ਜਿਨ੍ਹਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਰਪਣ 10 ਭਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਜਿਨ੍ਹਾਂ ਨੇ ਲਿਖੀ ਹੈ, ਜਿਨ੍ਹਾਂ ਨੇ ਇਤਿਹਾਸ ਦੀ ਵਿਚਾਰ ਵੀ ਦਿੱਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਾ ਜੋ ਇਤਿਹਾਸ ਤੇ ਹੋਰ ਵੀ ਅਨੇਕਾਂ ਉਹਨਾਂ ਦੀਆਂ ਕਿਤਾਬਾਂ ਆਪਾਂ ਸਾਹਿਤ ਦਾ, ਲਿਟਰੇਚਰ, ਧਾਰਮਿਕ ਕਿਤਾਬਾਂ ਪੜ੍ਹਦੇ ਹਾਂ, ਉਹ ਜ਼ਿਕਰ ਕਰਦੇ ਹਨ। ਉਹਨਾਂ ਦੀ ਕਿਤਾਬ ਹੈ ਇੱਕ ਆਦਿ ਬੀੜ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ, ਜਿਸ ਵਿੱਚ ਉਹ ਜ਼ਿਕਰ ਕਰਦੇ ਹਨ ਇਹ ਕਾਰਜ ਜਿਹੜਾ ਆਰੰਭ ਕੀਤਾ ਗਿਆ ਲਿਖਣ ਦਾ, ਇਹ ਕਾਰਜ ਲਗਭਗ ਇਸ ਸਾਰੇ ਕਾਰਜ ਨੂੰ ਸੰਪੂਰਨ ਹੋਣ ਦੇ ਵਿੱਚ ਜਿਹੜਾ ਹੈ ਉਹ 1.5 ਸਾਲ ਦਾ ਸਮਾਂ ਲੱਗਦਾ ਹੈ, ਕਿਉਂਕਿ ਬਹੁਤ ਹੀ ਮਿਹਨਤ ਵਾਲਾ, ਧਿਆਨ ਵਾਲਾ ਕਾਰਜ ਸੀ ਇਹ। ਸੋ ਇਸ ਤੋਂ ਬਾਅਦ ਜਦੋਂ ਪਾਵਨ ਬੀੜ ਸੰਪੂਰਨ ਹੋ ਗਈ, ਉਸ ਸਮੇਂ ਜੋ 30 ਰਾਗਾਂ ਵਿੱਚ ਬਾਣੀ ਹੈ, ਜਿਸ ਵਿੱਚ ਉਸ ਸਮੇਂ 34 ਮਹਾਂਪੁਰਖਾਂ ਦੀ ਬਾਣੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਤਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਦਰਜ ਕਰਾਉਂਦੇ ਹਨ, ਪਰ ਆਪਾਂ ਕੇਵਲ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਉਪਲਕਸ਼ ਵਿੱਚ ਉਸ ਸਮੇਂ ਤੱਕ ਦੀ ਵਿਚਾਰ ਦੀ ਗੱਲ ਕਰ ਰਹੇ ਹਾਂ। ਤੇ ਉਸ ਪਾਵਨ ਬੀੜ ਦੇ ਜੋ ਪੱਤਰੇ ਹਨ, ਇਤਿਹਾਸਕਾਰ ਲਿਖਦੇ ਹਨ, ਉਸ ਦੇ ਪੱਤਰੇ ਜਿਹੜੇ ਉਹ 974 ਪੱਤਰੇ ਸਨ। ਹੁਣ ਇੱਥੇ ਆਪਾਂ ਇਹ ਵੀ ਗੱਲ ਸਮਝ ਲਈਏ ਵੀ ਜਿਵੇਂ ਜੋ ਦਰਬਾਰ ਸਾਹਿਬ ਜੀ ਅੰਦਰ ਜੋ ਪਾਵਨ ਬੀੜਾਂ ਦਾ ਜੋ ਪ੍ਰਕਾਸ਼ ਹੁੰਦਾ ਹੈ, ਉਹ ਸਾਰੇ ਸਰੂਪ ਜਿਹੜੇ ਨੇ ਉਹ ਹੱਥ ਲਿਖਤ ਹਨ, ਪਰ ਜੋ ਆਪਾਂ ਜਿਨ੍ਹਾਂ ਸਰੂਪ ਸਾਹਿਬਾਨਾਂ ਦਾ ਪ੍ਰਕਾਸ਼ ਕਰਦੇ ਹਾਂ, ਇਹ ਸਾਰੇ ਜਿਹੜੇ ਪ੍ਰਿੰਟਿੰਗ ਪ੍ਰੈਸ ਦੇ ਰਾਹੀਂ ਬਣੇ ਹੋਏ ਜਿਹੜੇ ਸਰੂਪ ਹਨ। ਹੁਣ ਜਿਹੜੇ ਸਰੂਪ ਹੱਥ ਲਿਖਤ ਹਨ, ਆਪਾਂ ਇਸੇ ਕਰਕੇ ਕਈ ਵਾਰ ਦੇਖਦੇ ਹਾਂ ਵੀ ਜਦੋਂ ਹੁਕਮਨਾਮਾ ਆਉਂਦਾ ਹੈ ਦਰਬਾਰ ਸਾਹਿਬ ਦਾ, ਆਪਾਂ ਵੇਖਦੇ ਹਾਂ ਵੀ ਮੌਜੂਦਾ ਬੀੜ ਜਿਸ 'ਤੇ ਪੱਤਰੇ 1430 ਅੰਗ ਹਨ, ਵੀ ਉਹ ਹੁਕਮਨਾਮਾ ਇਸ ਬੀੜ ਤੋਂ ਕਿਉਂ ਨਹੀਂ ਆਉਂਦਾ, ਕਿਉਂਕਿ ਉਹ ਵੀ ਹੁਕਮਨਾਮਾ ਉੱਥੇ ਵੀ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਹੁਕਮਨਾਮਾ ਲਿਆ ਜਾਂਦਾ ਹੈ। ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਹੁਕਮਨਾਮਾ ਲੈਣ ਦਾ ਤਰੀਕਾ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਵੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ ਤੇ ਇਸ ਪਾਸੇ ਸਾਡੇ ਖੱਬੇ ਹੱਥ ਜੋ ਸਭ ਤੋਂ ਉੱਪਰਲਾ ਜੋ ਸ਼ਬਦ ਹੁੰਦਾ ਹੈ, ਅਸੀਂ ਉੱਥੋਂ ਪੜ੍ਹਨਾ ਆਰੰਭ ਕਰਦੇ ਹਾਂ। ਜੇ ਤੇ ਸ਼ਬਦ ਖੱਬੇ ਹੱਥ ਵਾਲੇ ਅੰਗ ਤੋਂ ਸਭ ਤੋਂ ਹੀ ਸ਼ੁਰੂ ਹੋ ਰਿਹਾ ਹੈ, ਫਿਰ ਤੇ ਆਪਾਂ ਉੱਥੋਂ ਪੜ੍ਹਨਾ ਸ਼ਬਦ ਸ਼ੁਰੂ ਕਰਦੇ ਹਾਂ। ਜੇਕਰ ਉਹ ਸ਼ਬਦ ਪਿਛਲੇ ਅੰਗ ਤੋਂ ਸ਼ੁਰੂ ਹੋ ਰਿਹਾ ਹੈ, ਇਸ ਲਈ ਆਪਾਂ ਅੰਗ ਜਿਹੜਾ ਹੈ ਉਹ ਪਲਟ ਕੇ ਤੇ ਫਿਰ ਉੱਥੋਂ ਪਿੱਛੋਂ ਪੜ੍ਹਨਾ ਆਰੰਭ ਕਰਦੇ ਹਾਂ। ਇਹ ਮਰਿਆਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਹੁਕਮਨਾਮਾ ਆਪਾਂ ਇਵੇਂ ਲੈਂਦੇ ਹਾਂ ਤੇ ਇਸੇ ਤਰ੍ਹਾਂ ਹੀ ਸਾਨੂੰ ਹੁਕਮਨਾਮਾ ਲੈਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ। ਜੋ ਬੀੜਾਂ ਦਰਬਾਰ ਸਾਹਿਬ ਹਨ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਉਹ ਹੱਥ ਲਿਖਤ ਹਨ, ਤੇ ਜਦੋਂ ਹੱਥ ਲਿਖਤ ਬੀੜਾਂ ਲਿਖੀਆਂ ਜਾਂਦੀਆਂ ਹਨ ਤਾਂ ਉਸ ਸਮੇਂ ਜੋ ਅੰਗ ਹੁੰਦੇ ਹਨ, ਕਿਉਂਕਿ ਜੋ ਪ੍ਰਿੰਟਿੰਗ ਬੀੜਾਂ ਹਨ ਉਹਦੇ ਵਿੱਚ ਤਾਂ ਇੱਕ ਫੋਰਮੈਟ ਪਹਿਲਾਂ ਹੀ ਤਿਆਰ ਕਰ ਲਿਆ ਜਾਂਦਾ ਹੈ ਵੀ ਇੱਕ ਅੰਗ ਤੇ ਬਾਣੀ ਇੰਨੀ ਹੀ ਆਉਣੀ ਹੈ। ਸੋ ਅੱਗੇ ਤੋਂ ਅੱਗੇ ਉਹ ਪ੍ਰਿੰਟ ਜਿਹੜਾ ਹੈ ਉਸੇ ਤਰੀਕੇ ਨਾਲ ਹੋਈ ਜਾਣਾ ਹੈ, ਕਾਪੀ ਪੇਸਟ ਅੱਗੇ ਇਸੇ ਤਰੀਕੇ ਨਾਲ ਹੋਈ ਜਾਂਦਾ ਹੈ। ਪਰ ਜੋ ਪ੍ਰਿੰਟਿੰਗ ਪ੍ਰੈਸ ਤੋਂ ਪਹਿਲਾਂ ਜੋ ਬੀੜਾਂ ਸਨ ਹੱਥ ਲਿਖਤ, ਉਹ ਬੀੜਾਂ ਦੇ ਵਿੱਚ
ਐਵੇਂ ਨਹੀਂ ਸੀ ਵੀ ਅੱਜ ਦੇ ਵਾਂਗ ਵੀ 1430 ਅੰਗ ਹੀ ਹੁੰਦੇ ਹਨ। ਉਹ ਬੀੜਾਂ ਦੇ ਵਿੱਚ ਜੋ ਅੰਗ ਲਿਆ ਜਾਂਦਾ ਹੈ, ਜਿਵੇਂ ਇੱਕ ਪੱਤਰਾ ਲੈ ਕੇ ਉਹਦੇ 'ਤੇ ਬਾਣੀ ਲਿਖਣੀ ਆਰੰਭ ਕੀਤੀ ਹੱਥ ਦੇ ਨਾਲ, ਤਾਂ ਉੱਥੇ ਇਹ ਨਹੀਂ ਵੀ ਜਿਵੇਂ ਅੱਜ ਪ੍ਰਿੰਟਿੰਗ ਬੀੜਾਂ ਦੇ ਵਿੱਚ ਜਿਸ ਤਰ੍ਹਾਂ ਜਿਵੇਂ ਇਸ ਪੰਕਤੀ ਵਿੱਚ ਇੰਨੇ ਹੀ ਅੱਖਰ ਨੇ, ਅਗਲੀ ਵਿੱਚ ਵੀ ਉਸੇ ਤਰੀਕੇ ਨਾਲ ਹੋਣਗੇ, ਨਹੀਂ। ਇਸ ਲਈ ਜੋ ਪਾਵਨ ਬੀੜਾਂ ਦਰਬਾਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਹੱਥ ਲਿਖਤ, ਉਹਨਾਂ ਬੀੜਾਂ ਦੇ ਅੰਗ ਜਿਹੜੇ ਹਨ ਉਹ 1430 ਤੋਂ ਘੱਟ ਨੇ, ਪਰ ਬਾਣੀ ਉਸ ਵਿੱਚ ਪੂਰੀ ਹੈ, ਕਿਉਂਕਿ ਉਹ ਪੱਤਰੇ ਕੁਝ ਵੱਡੇ ਹਨ। ਇੱਕ ਇੱਕ ਪੱਤਰੇ 'ਤੇ ਬਾਣੀ ਪ੍ਰਿੰਟਿੰਗ ਬੀੜਾਂ ਦੀ ਬਾਣੀ ਨਾਲੋਂ ਵੱਧ ਬਾਣੀ ਲਿਖੀ ਹੋਈ ਹੈ। ਇਸ ਲਈ ਉਸ ਤਰੀਕੇ ਦੇ ਨਾਲ, ਕਿਉਂਕਿ ਜੋ ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ, ਇਹ ਵਿਚਾਰ ਜਿਹੜੀ ਹੈ, ਇਹ ਗੱਲ ਗਿਆਨੀ ਮੱਲ ਸਿੰਘ ਜੀ ਜੋ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਸਨ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਬਕਾਇਦਾ ਲਿਖੀ ਹੋਈ ਹੈ, ਕਿਉਂਕਿ ਆਪ ਉਹ ਦਰਬਾਰ ਸਾਹਿਬ ਦੇ ਗ੍ਰੰਥੀ ਰਹੇ ਹਨ ਅਤੇ ਉਹ ਦੱਸ ਸਕਦੇ ਨੇ ਵੀ ਉੱਥੋਂ ਦੀ ਮਰਿਆਦਾ ਜੋ ਰਹਿਤ ਮਰਿਆਦਾ ਅਨੁਸਾਰ ਹੁਕਮਨਾਮਾ ਲਿਆ ਜਾਂਦਾ ਹੈ। ਹੁਕਮਨਾਮਾ ਵੱਖਰਾ ਇਸੇ ਕਰਕੇ ਆ ਜਾਂਦਾ ਹੈ ਕਈ ਵਾਰ, ਕਿਉਂਕਿ ਉਹ ਹੱਥ ਲਿਖਤ ਬੀੜਾਂ ਹਨ, ਉਹਨਾਂ ਦੇ ਵਿੱਚ ਇੱਕ ਅੰਗ 'ਤੇ ਬਾਣੀ ਪ੍ਰਿੰਟਿੰਗ ਬੀੜਾਂ ਨਾਲੋਂ ਵੱਧ ਹੋਣ ਕਰਕੇ ਉਹਨਾਂ ਦੇ ਅੰਗ 1430 ਤੋਂ ਭਾਵੇਂ ਘੱਟ ਹਨ, ਪਰ ਬਾਣੀ ਉਸ ਵਿੱਚ ਸਾਰੀ ਹੈ, ਸੰਪੂਰਨ ਹੈ। ਇਸ ਤਰੀਕੇ ਦੇ ਨਾਲ ਬਾਣੀ ਲਿਖਣ ਦਾ ਜੋ ਇੱਕ ਕਾਰਜ ਸੀ ਬੜੇ ਧਿਆਨ ਵਾਲਾ, ਉਸ ਵੇਲੇ ਪਾਵਨ ਬੀੜ ਉਸ ਦੇ 974 ਜਿਹੜੇ ਹਨ ਉਹ ਅੰਗ ਸਨ, ਪੱਤਰੇ ਸਨ। ਹੁਣ ਇੱਥੇ ਵੀ ਵਿਚਾਰ ਲਓ ਵੀ 974 ਅੰਗ ਸਨ, ਅਤੇ ਉਸ ਬੀੜ ਦੇ ਵਿੱਚ ਹੁਣ ਕੇਵਲ ਇੱਕ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਲਿਖਣੀ ਰਹਿ ਗਈ ਹੈ, ਉਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਹੈ ਕਿੰਨੀ? ਕੇਵਲ 59 ਸ਼ਬਦ, 59 ਸ਼ਬਦ ਹਨ ਜੋ 15 ਰਾਗਾਂ ਵਿੱਚ ਨੇ, ਅਤੇ ਕੇਵਲ 57 ਸ਼ਲੋਕ ਹਨ ਜੋ ਅਖੀਰ ਵਿੱਚ ਆਉਂਦੇ ਹਨ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 59 ਸ਼ਬਦ ਅਤੇ 57 ਸ਼ਲੋਕ ਕਿੰਨੇ ਅੰਗਾਂ ਦੇ ਉੱਤੇ ਇਹ ਬਾਣੀ ਲਿਖੀ ਜਾ ਸਕਦੀ ਹੈ। 974 ਅੰਗ ਹਨ, 1430 ਵਿੱਚੋਂ 974 ਘਟਾ ਲਓ, ਕਿੰਨੇ ਅੰਗ ਬਚ ਜਾਂਦੇ ਹਨ। ਸੋ ਇੱਥੋਂ ਇਹ ਗੱਲ ਸਮਝ ਲੱਗਦੀ ਹੈ ਵੀ ਜਦੋਂ ਹੱਥ ਲਿਖਤ ਜੋ ਬਾਣੀ ਹੈ, ਜੋ ਹੱਥ ਲਿਖਤ ਪੱਤਰਿਆਂ ਉੱਤੇ ਹੱਥਾਂ ਨਾਲ ਲਿਖੀ ਜਾਂਦੀ ਹੈ, ਉਹ ਬਾਣੀ ਜਿਹੜੀ ਹੈ ਉਹ ਇੱਕ ਇੱਕ ਅੰਗ 'ਤੇ ਅੱਜ ਦੇ ਸਮੇਂ ਜੋ ਪ੍ਰਿੰਟਿੰਗ ਬੀੜਾਂ ਨੇ ਉਹਨਾਂ ਨਾਲੋਂ ਵੱਧ ਬਾਣੀ ਇੱਕ ਅੰਗ 'ਤੇ ਲਿਖੀ ਹੋਣ ਕਰਕੇ ਉਹਨਾਂ ਬੀੜਾਂ ਦੇ ਪੱਤਰੇ ਜਿਹੜੇ ਹਨ, ਅੰਗ ਜਿਹੜੇ ਹਨ, ਉਹ 1430 ਤੋਂ ਘੱਟ ਹੁੰਦੇ ਹਨ। ਇਹ ਕਾਰਨ ਹੈ ਜਿਹੜਾ। ਸੋ ਇਸ ਤਰੀਕੇ ਦੇ ਨਾਲ ਜੋ ਪਾਵਨ ਬੀੜ ਤਿਆਰ ਕੀਤੀ ਗਈ, ਭਾਈ ਬੰਨੋ ਜੀ ਜੋ ਆਪਣੇ ਪਿੰਡ ਦੇ ਵਿੱਚ ਜਿਨ੍ਹਾਂ ਨੇ, ਕਿਉਂਕਿ ਬੀੜ ਲਿਖਣ ਤੋਂ ਬਾਅਦ ਫਿਰ ਉਸ ਦਾ ਤਤਕਰਾ ਤਿਆਰ ਭਾਈ ਗੁਰਦਾਸ ਜੀ ਨੇ ਕੀਤਾ, ਅਤੇ ਉਸ ਤੋਂ ਬਾਅਦ ਹੁਣ ਉਹ ਸਾਰੀ ਬਾਣੀ ਦੀ ਜਿਲਦ ਸਾਜੀ ਹੋਣੀ ਸੀ, ਜਿਲਦ ਵੀ ਉਸ ਨੂੰ ਲੱਗਣੀ ਸੀ। ਭਾਈ ਬੰਨੋ ਜੀ ਜੋ ਜਿਲਦ ਲਗਵਾਉਣ ਵਾਸਤੇ ਬੀੜ ਨੂੰ ਆਪਣੇ ਪਿੰਡ ਮਾਂਗਟ ਵਿਖੇ ਲੈ ਕੇ ਜਾਂਦੇ ਨੇ, ਇਤਿਹਾਸਕਾਰ ਲਿਖਦੇ ਨੇ ਵੀ ਉਸ ਤੋਂ ਵੀ ਫਿਰ ਅੱਗੇ ਉੱਥੇ ਉਹਨਾਂ ਦੇ ਪਿੰਡ ਵਿੱਚ ਵੀ ਬੀੜ ਤੋਂ ਉਤਾਰੇ ਕੀਤੇ ਗਏ। ਜਿਸ ਸਮੇਂ ਭਾਈ ਗੁਰਦਾਸ ਜੀ ਪਾਵਨ ਬਾਣੀ ਨੂੰ ਲਿਖ ਰਹੇ ਸਨ, ਉਸ ਸਮੇਂ ਨਾਲ ਦੀ ਨਾਲ ਕੁਝ ਹੋਰ ਲਿਖਾਰੀ ਵੀ ਲਾ ਕੇ, ਜਿਨ੍ਹਾਂ ਦਾ ਜ਼ਿਕਰ 12 ਕੁ ਲਿਖਾਰੀ ਲਾਏ ਗਏ ਵੀ ਉਹ ਵੀ ਨਾਲ ਦੀ ਨਾਲ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਾਣਦੇ ਸਨ ਵੀ ਜਦੋਂ ਇਸ ਪਾਵਨ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਕਰ ਦਿੱਤਾ ਗਿਆ, ਉਸ ਤੋਂ ਬਾਅਦ ਫਿਰ ਕੋਈ ਇਸ ਬੀੜ ਤੋਂ ਤੇ ਫਿਰ ਉਤਾਰਾ ਨਹੀਂ ਹੋ ਸਕਣਾ। ਇਸ ਲਈ ਨਾਲ ਦੀ ਨਾਲ ਕੁਝ ਉਤਾਰੇ ਹੋਰ ਵੀ ਕਰਵਾ ਲਏ ਗਏ। ਜਿਹੜੇ ਦੂਸਰਾ ਉਤਾਰਾ ਹੋਇਆ ਉਹ ਤਾਂ ਕੇਵਲ 1.5 ਕੁ ਮਹੀਨੇ ਵਿੱਚ ਹੋ ਗਿਆ ਸੀ, ਕਿਉਂਕਿ ਉਹਨਾਂ 'ਤੇ ਫਿਰ ਅੱਗੋਂ ਕੇਵਲ ਵੇਖ ਕੇ ਲਿਖਣਾ ਸੀ, ਕਿਉਂਕਿ ਮਿਹਨਤ ਦਾ ਜੋ ਕਾਰਜ ਸੀ ਉਹ ਭਾਈ ਗੁਰਦਾਸ ਜੀ ਆਪ ਸਿਆਣਪ ਅਤੇ ਸੂਝ-ਬੂਝ ਨਾਲ ਕਰ ਰਹੇ ਸਨ। ਸੋ ਇਸ ਤਰੀਕੇ ਨਾਲ ਉੱਥੇ ਹੋਰ ਵੀ ਕਈ ਉਤਾਰੇ ਹੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਪਾਵਨ ਬੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਹੈ, ਸੰਪੂਰਨ ਜਦੋਂ ਲਿਖ ਲਈ ਗਈ ਬਾਣੀ, ਅਤੇ ਉਸ ਸਮੇਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਵਨ ਬੀੜ ਬਾਬਾ ਬੁੱਢਾ ਜੀ ਦੇ ਸੀਸ 'ਤੇ ਉਹਨਾਂ ਨੂੰ ਲੈ ਕੇ ਜਾਣ ਦੀ ਆਗਿਆ ਦਿੰਦੇ ਹਨ। ਆਪ ਚੌਰ ਕਰਦੇ ਹਨ, ਸੰਗਤਾਂ ਦੇ ਨਾਲ ਸ਼ਬਦ ਗਾਇਨ ਕਰਦੇ ਹੋਏ
ਰਾਮਸਰ ਸਰੋਵਰ ਵਾਲੀ ਥਾਂ ਤੋਂ ਪਾਵਨ ਬੀੜ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੈ ਕੇ ਆਉਂਦੇ ਹਨ। ਪਾਵਨ ਬੀੜ ਦਾ ਪ੍ਰਕਾਸ਼ ਹੁੰਦਾ ਹੈ। ਸੰਗਤਾਂ ਵਿੱਚ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਹੈ। ਜੋ ਪਾਵਨ ਹੁਕਮਨਾਮਾ ਉਸ ਸਮੇਂ ਆਉਂਦਾ ਹੈ, ਕਿਉਂਕਿ ਭਾਈ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗ੍ਰੰਥੀ ਥਾਪਦੇ ਹਨ ਅਤੇ ਆਵਾਜ਼ਾ ਭਾਵ ਹੁਕਮਨਾਮਾ ਲੈਣ ਦਾ ਹੁਕਮ ਦਿੰਦੇ ਹਨ। ਅਤੇ ਭਾਈ ਬਾਬਾ ਬੁੱਢਾ ਜੀ ਜਦੋਂ ਹੁਕਮਨਾਮਾ ਲੈਂਦੇ ਹਨ, ਸੂਹੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਉਸ ਵੇਲੇ ਜੋ ਹੁਕਮਨਾਮੇ ਦੇ ਰੂਪ ਅੰਦਰ ਆਉਂਦਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਉਸ ਮਾਲਕ ਪ੍ਰਭੂ ਨੇ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਇਹ ਕਾਰਜ ਨੂੰ ਰਾਸ ਕੀਤਾ, ਸਵਾਰਿਆ। ਅਤੇ ਜਿਸ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਲਿਖਵਾ ਰਹੇ ਸਨ ਭਾਈ ਗੁਰਦਾਸ ਜੀ ਪਾਸੋਂ, ਤੇ ਇਹ ਖਬਰ ਜਿਹੜੀ ਹੈ ਇਹ ਕਈ ਲੋਕਾਂ ਦੇ ਵਿੱਚ ਅੱਗੇ ਤੋਂ ਅੱਗੇ ਪਹੁੰਚੀ ਵੀ ਸਤਿਗੁਰੂ ਜੀ ਇੱਕ ਗ੍ਰੰਥ ਤਿਆਰ ਕਰਵਾ ਰਹੇ ਹਨ। ਤੇ ਇਹ ਗੱਲ ਜਿਹੜੀ ਹੈ ਉਸ ਸਮੇਂ ਜੋ 4 ਭਗਤ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ, ਉਹਨਾਂ ਤੱਕ ਵੀ ਜਦੋਂ ਪਹੁੰਚਦੀ ਹੈ ਤੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਵੀ ਗੁਰੂ ਸਾਹਿਬ ਜੀ ਵਿੱਚ ਭਗਤਾਂ ਦੇ ਸ਼ਬਦ ਵੀ ਲਿਖਵਾ ਰਹੇ ਹਨ। ਉਹ ਚਾਰਾਂ ਦੇ ਮਨ ਵਿੱਚ ਆਉਂਦਾ, ਉਹ ਵੀ ਆਪਣੀਆਂ ਰਚਨਾਵਾਂ ਲੈ ਕੇ ਪਹੁੰਚ ਜਾਂਦੇ ਹਨ। ਉਹ 4 ਭਗਤ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ, ਕਾਨ੍ਹਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ, ਉਹ ਵੀ ਆਪਣੇ ਵੱਲੋਂ ਦਰਜ ਕੀਤੀਆਂ ਰਚਨਾਵਾਂ ਲੈ ਕੇ ਆਉਂਦੇ ਨੇ। ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਨੇ ਵੀ ਸਾਡੀਆਂ ਰਚਨਾਵਾਂ ਨੂੰ ਤੁਸੀਂ ਦਰਜ ਕਰ ਲਓ। ਪਰ ਸਤਿਗੁਰੂ ਜੀ ਭਲੀ ਭਾਂਤ ਜਾਣਦੇ ਹਨ ਵੀ ਇਹਨਾਂ ਦੀਆਂ ਰਚਨਾਵਾਂ ਕੇਵਲ ਦੁਨਿਆਵੀ ਹਨ, ਇਸ ਵਿੱਚ ਰੂਹਾਨੀਅਤ ਦੀ ਕੋਈ ਵੀ ਗੱਲ ਨਹੀਂ ਹੈ। ਫਿਰ ਵੀ ਸਤਿਗੁਰੂ ਜੀ ਕਹਿੰਦੇ ਹਨ, ਚਲੋ ਇੰਝ ਕਰੋ, ਤੁਸੀਂ ਆਪੋ ਆਪਣੀ ਰਚਨਾਵਾਂ ਜੋ ਲਿਖੀਆਂ ਹਨ ਸੁਣਾਓ, ਅਸੀਂ ਦੇਖਾਂਗੇ ਵੀ ਇਹ ਦਰਜ ਕੀਤੀਆਂ ਜਾ ਸਕਦੀਆਂ ਕਿ ਨਹੀਂ। ਭਗਤ ਉਸ ਵੇਲੇ ਜੋ ਕਾਨ੍ਹਾ ਹੈ, ਸਭ ਤੋਂ ਪਹਿਲਾਂ ਆਪਣੀ ਰਚਨਾ ਜਿਹੜੀ ਸੁਣਾਉਂਦਾ ਹੈ, ਜਿਹਦਾ ਜ਼ਿਕਰ ਮਿਲਦਾ ਹੈ, ਉਹ ਕਹਿੰਦਾ ਹੈ, ਉਹੀ ਰੇ ਮੈਂ ਉਹੀ ਰੇ ਜਾ ਕੋ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ। ਹੁਣ ਇਹਦੀ ਇਸ ਪੰਕਤੀ ਤੋਂ ਗੁਰੂ ਸਾਹਿਬ ਜੀ ਨੇ ਵੇਖਿਆ ਵੀ ਇਹ ਤਾਂ ਇਹਦੀ ਵਿਚਾਰ ਵੇਦਾਂਤਾਂ ਵਾਲੀ ਹੈ, ਵੇਦਾਂਤ ਦੀ ਵਿਚਾਰ ਦੇ ਨਾਲ ਮੇਲ ਖਾਂਦੀ ਹੈ। ਤੇ ਇਹ ਜੋ ਗੱਲ ਕਹਿ ਰਿਹਾ ਹੈ ਵੀ ਮੈਂ ਤਾਂ ਉਹੀ ਹਾਂ ਜਿਹਦੀ ਗੱਲ ਵੇਦ ਤੇ ਪੁਰਾਣ ਕਰਦੇ ਹਨ, ਭਾਵ ਆਪਣੇ ਆਪ ਨੂੰ ਰੱਬ ਦੇ ਨਾਲ, ਬ੍ਰਹਮ ਦੇ ਨਾਲ ਆਪਣੀ ਤੁਲਨਾ ਕਰ ਰਿਹਾ ਹੈ। ਤੇ ਜਿਸ ਦੀ ਰਚਨਾ ਦੇ ਵਿੱਚ ਐਸੇ ਭਾਵ ਨੇ ਜੋ ਆਪਣੇ ਆਪ ਨੂੰ ਹੀ ਵਡਿਆ ਰਿਹਾ ਹੈ, ਉਹਦੇ ਤੋਂ ਕੀ ਸਿੱਖਿਆ ਮਿਲ ਸਕਦੀ ਹੈ। ਸਤਿਗੁਰੂ ਜੀ ਤੇ ਪਾਵਨ ਬਾਣੀ ਦੇ ਵਿੱਚ ਆਪਣੇ ਆਪ ਲਈ ਦਾਸ, ਭਗਤ, ਜਨ, ਇੱਥੋਂ ਤੱਕ ਨੀਚ ਅਤੇ ਐਸੇ ਸ਼ਬਦ ਵਰਤੇ ਹਨ ਜੋ ਨਿਮਰਤਾ ਦੇ ਪ੍ਰਤੀਕ ਹਨ। ਸੋ ਇਸ ਤੋਂ ਬਾਅਦ ਅਗਲੇ ਭਗਤ ਜੋ ਛੱਜੂ ਹੈ, ਉਸ ਦੀ ਰਚਨਾ, ਉਹਨੂੰ ਸਤਿਗੁਰੂ ਜੀ ਕਹਿੰਦੇ ਚੱਲ ਭਾਈ ਹੁਣ ਤੂੰ ਸੁਣਾ। ਉਹਦੀ ਜਦੋਂ ਵਾਰੀ ਆਉਂਦੀ ਹੈ, ਕਿਉਂਕਿ ਕਾਨ੍ਹੇ ਦੀ ਰਚਨਾ ਨੂੰ ਸਤਿਗੁਰੂ ਜੀ ਰੱਦ ਕਰ ਦਿੰਦੇ ਵੀ ਇਹ ਨਹੀਂ ਦਰਜ ਕੀਤੀ ਜਾ ਸਕਦੀ, ਇਹਦੇ ਵਿੱਚ ਤੇ ਹਉਮੈ ਦਾ ਪ੍ਰਗਟਾਵਾ ਭਾਈ ਤੂੰ ਕੀਤਾ ਹੈ। ਛੱਜੂ ਫਿਰ ਆਪਣੀ ਪੰਕਤੀ ਸੁਣਾਉਂਦਾ ਆਪਣੀ ਰਚਨਾ ਦੀ, ਉਹ ਕਹਿੰਦਾ ਹੈ, ਕਾਗਦ ਸੰਧੀ ਪੂਤਰੀ ਤਉ ਨਾ ਤਰਿਆ ਨਿਹਾਰ। ਉਹ ਇਹ ਕਹਿਣਾ ਚਾਹੁੰਦਾ ਹੈ ਕਿ ਭਾਵੇਂ ਕਾਗਜ਼ ਦੀ ਹੀ ਪੁਤਲੀ ਹੋਵੇ, ਇਸਤਰੀ ਵੱਲ ਤੇ ਵੇਖਣਾ ਹੀ ਨਹੀਂ ਚਾਹੀਦਾ, ਇਸਤਰੀ ਨੂੰ ਤੱਕਣਾ ਨਹੀਂ ਚਾਹੀਦਾ। ਤੇ ਜਿਸ ਪਾਵਨ ਬਾਣੀ ਦੇ ਵਿੱਚ ਇਹ ਵਿਚਾਰ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਕਿ ਉਸ ਜਨਨੀ ਨੂੰ, ਔਰਤ ਨੂੰ ਕਿਉਂ ਮਾੜਾ ਆਖਿਆ ਜਾਵੇ। ਮਾੜਾ ਨਹੀਂ ਕਹਿਣਾ ਚਾਹੀਦਾ ਜਿਸ ਦੀ ਕੁੱਖ ਤੋਂ ਰਾਜੇ ਤੇ ਮਹਾਰਾਜੇ, ਵੱਡੇ ਵੱਡੇ ਧਰਮਾਤਮਾ ਜਿਹੜੇ ਹਨ, ਮਹਾਂਪੁਰਖ ਸਾਰੇ ਇਸਤਰੀ ਤੋਂ ਹੀ ਤਾਂ ਜਨਮ ਲੈਂਦੇ ਹਨ। ਇਸ ਲਈ ਉਸ ਨੂੰ ਭਾਈ ਮਾੜਾ ਮੰਦਾ ਨਹੀਂ ਕਹਿਣਾ ਚਾਹੀਦਾ। ਤੇ ਫਿਰ ਜਿੱਥੇ ਇਹ ਵਿਚਾਰ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉੱਥੇ ਛੱਜੂ ਦੀ ਇਹ ਰਚਨਾ ਕਿਵੇਂ ਉੱਥੇ ਦਰਜ ਕੀਤੀ ਜਾ ਸਕਦੀ ਸੀ, ਜਿੱਥੇ ਉਹ ਕਹਿ ਰਿਹਾ ਵੀ ਔਰਤ ਵੱਲ ਤੇ ਦੇਖਣਾ ਹੀ ਨਹੀਂ ਚਾਹੀਦਾ। ਇਸ ਕਰਕੇ ਸਤਿਗੁਰੂ ਜੀ
ਛੱਜੂ ਦੀ ਇਸ ਰਚਨਾ ਨੂੰ ਵੀ ਰੱਦ ਕਰ ਦਿੰਦੇ, ਭਾਈ ਤੇਰੀ ਵੀ ਰਚਨਾ ਦਰਜ ਕਰਨ ਯੋਗ ਨਹੀਂ ਹੈਗੀ। ਉਸ ਤੋਂ ਬਾਅਦ ਅਗਲਾ ਭਗਤ ਪੀਲੋ ਜਿਹੜਾ ਹੈ ਉਹ ਵੀ ਆਪਣੀ ਰਚਨਾ ਪੜ੍ਹ ਕੇ ਸੁਣਾਉਂਦਾ ਹੈ। ਉਹ ਕਹਿੰਦਾ ਹੈ ਵੀ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਨਾ ਆਲੂਦ ਭਏ। ਹੁਣ ਉਹਦੀ ਤੇ ਰਚਨਾ ਜਿਹੜੀ ਹੈ ਆਰੰਭ ਵਿੱਚ ਜੋ ਨੇ ਆਖਿਆ, ਇਸ ਤੋਂ ਨਿਰਾਸ਼ਾ ਅਤੇ ਆਤਮਹੀਣਤਾ ਦੀ ਝਲਕ ਜਿਹੜੀ ਹੈ ਉਹ ਦਿਸਦੀ ਹੈ। ਉਹ ਕਹਿੰਦਾ ਵੀ ਸਾਡੇ ਨਾਲ ਤੇ ਉਹੀ ਚੰਗੇ ਜਿਹੜੇ ਜੰਮਦੇ ਹੀ ਮਰ ਗਏ, ਨਾ ਉਹਨਾਂ ਜੀਵਨ ਜੀਵਿਆ, ਨਾ ਕੋਈ ਔਖਿਆਈ ਕੁਝ ਵੇਖਿਆ। ਭਾਵ ਉਹਦੀ ਰਚਨਾ ਵਿੱਚੋਂ ਕੇਵਲ ਨਿਰਾਸ਼ਤਾ, ਉਦਾਸਤਾ, ਉਦਾਸੀਨਤਾ, ਆਤਮਹੀਣਤਾ, ਇਹ ਕੁਝ ਵਿਚਾਰਾਂ ਦੀ ਝਲਕ ਮਿਲਦੀ। ਇਸ ਕਰਕੇ ਸਤਿਗੁਰੂ ਜੀ ਉਸ ਨੂੰ ਵੀ ਰੱਦ ਕਰ ਦਿੰਦੇ। ਅਤੇ ਜਦੋਂ ਅਖੀਰ ਵਿੱਚ ਸ਼ਾਹ ਹੁਸੈਨ ਜਿਹੜਾ ਹੈ ਉਹ ਆਪਣੇ ਵੱਲੋਂ ਉਚਾਰਦਾ ਹੈ, ਉਹ ਫਿਰ ਪੰਗਤੀਆਂ ਬੋਲਦਾ ਹੈ। ਕਹਿੰਦਾ ਵੀ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਉਹਨੇ ਤੇ ਗੱਲ ਮੁਕਾ ਦਿੱਤੀ ਵੀ ਬੋਲਣਾ ਹੀ ਨਹੀਂ ਚਾਹੀਦਾ, ਚੁੱਪ ਕਰਕੇ ਰਹਿਣਾ ਚਾਹੀਦਾ ਹੈ। ਪਰ ਜਿੱਥੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਇਹ ਗੱਲ ਸਮਝਾਉਂਦੇ ਨੇ, ਬੋਲ ਸੋ ਧਰਮੜਿਆ ਮੌਨ ਕਤ ਧਾਰੀ ਰਾਮ, ਤੂੰ ਮੌਨ ਕਿਉਂ ਧਾਰਨ ਕੀਤਾ? ਬੋਲ ਕੁਝ, ਇੱਥੇ ਬੋਲਣ ਲਈ ਜਗਤ ਵਿੱਚ ਤੂੰ ਆਇਆ ਹੈ। ਉੱਥੇ ਫਿਰ ਸ਼ਾਹ ਹੁਸੈਨ ਦੀ ਇਹ ਰਚਨਾ ਕਿਵੇਂ ਥਾਂ ਲੈ ਸਕਦੀ ਸੀ ਵੀ ਚੁੱਪ ਕਰ ਜਾ, ਬਸ ਬੋਲ ਨਾ ਕੁਝ। ਸੋ ਇਸ ਤਰੀਕੇ ਨਾਲ ਇਹਨਾਂ ਚਾਰ ਅਖੌਤੀ ਭਗਤਾਂ ਦੀ ਬਾਣੀ ਨੂੰ ਸਤਿਗੁਰੂ ਜੀ ਦਰਜ ਨਹੀਂ ਕਰਦੇ, ਰੱਦ ਕਰ ਦਿੰਦੇ, ਕਿਉਂਕਿ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਕੇਵਲ ਤੇ ਕੇਵਲ ਦੁਨਿਆਵੀ ਸਨ। ਇਸ ਵਿੱਚ ਕੋਈ ਰੂਹਾਨੀਅਤ ਦੀ ਗੱਲ ਨਹੀਂ ਸੀ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਸਤ ਦੀ ਗੱਲ ਕੀਤੀ ਹੈ, ਜੋ ਸਰਬ ਵਿਆਪਕ ਸਤ ਹੈ, ਜੋ ਇੱਕ ਸਮੇਂ ਦਾ ਮੁਹਤਾਜ ਨਹੀਂ। ਇਹ ਪਾਵਨ ਬਾਣੀ ਕੇਵਲ ਉਸ ਸਮੇਂ ਦੀ ਲੋੜ ਵਾਸਤੇ ਨਹੀਂ, ਸਗੋਂ ਐਸੀ ਪਾਵਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ ਜਿਸ ਬਾਬਤ ਆਖਿਆ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਇਹ ਬਾਣੀ ਨਿਤ ਨਵੀਂ ਸਾਨੂੰ ਰੋਜ਼ਾਨਾ ਪੜ੍ਹਦੇ ਹਾਂ, ਸਾਨੂੰ ਆਤਮਿਕ ਆਨੰਦ ਦੀ ਦਾਤ ਬਖਸ਼ਿਸ਼ ਕਰਦੀ ਹੈ। ਇਹ ਆਤਮਿਕ ਆਨੰਦ ਸਹਿਜ ਤਾਂ ਹੀ ਪ੍ਰਾਪਤ ਹੋਵੇਗਾ ਜੇ ਇਹ ਬਚਨਾਂ ਨੂੰ ਮੰਨਾਂਗੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਨਹੀਂ ਤਾਂ ਪਾਤਸ਼ਾਹ ਜੀ ਕਹਿੰਦੇ, ਅਸੀਂ ਜੇ ਗਾ ਵੀ ਲਈਏ ਜ਼ੁਬਾਨ ਤੋਂ, ਅਸੀਂ ਕੰਨਾਂ ਤੋਂ ਸੁਣ ਵੀ ਲਈਏ, ਅਸੀਂ ਅਰਥਾਂ ਅਤੇ ਭਾਵ ਅਰਥਾਂ ਨੂੰ ਵੀ ਸਮਝ ਲਈਏ, ਪਰ ਜੇ ਅਸੀਂ ਉਹਦੇ 'ਤੇ ਅਮਲ ਨਹੀਂ ਕਰਦੇ ਤਾਂ ਸਾਡੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆ ਸਕਦਾ। ਸਾਡਿਆ ਫਿਰ ਗਾਵਿਆ ਅਤੇ ਸੁਣਿਆ ਵਿਅਰਥ ਜਾਵੇਗਾ ਜੇ ਅਸੀਂ ਗਾਵੇ ਅਤੇ ਸੁਣੇ ਉੱਤੇ ਉਹਦੇ 'ਤੇ ਪਹਿਰਾ ਨਹੀਂ ਦਿੰਦੇ, ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪਾਵਨ ਪ੍ਰਕਾਸ਼ ਗੁਰਪੁਰਬ, ਉਸ ਦੇ ਉਪਲਕਸ਼ ਵਿੱਚ ਜੋ ਆਪਾਂ ਵਿਚਾਰਾਂ ਦੀ ਸਾਂਝ ਕੀਤੀ ਹੈ, ਇਸ ਨੂੰ ਸਮਝ ਕੇ ਪਾਵਨ ਬਾਣੀ ਦੀ, ਗੁਰੂ ਸ਼ਬਦ ਦੀ ਸਾਡੇ ਜੀਵਨ ਵਿੱਚ ਕਿੰਨੀ ਕੁ ਮਹੱਤਤਾ ਹੈ। ਗੁਰੂ ਵਾਲੇ ਬਣੀਏ, ਗੁਰੂ ਦੀ ਵਿਚਾਰ ਦੇ ਧਾਰਨੀ ਬਣਾਂਗੇ ਤਾਂ ਹੀ ਇਹ ਪਾਵਨ ਗੁਰਪੁਰਬ ਮਨਾਏ ਸਾਡੇ ਲਈ ਸਕਾਰਥ ਨੇ, ਸਾਡੇ ਲਈ ਸਫਲੇ ਨੇ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਹੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।